परम सत्कारयोग गुरु जी की साजी नवाजी प्यारी साध संगत जी, गज वज के फतेह बुलाओ जी। वाहिगुरु जी का खालसा वाहिगुरु जी की फतेह। वडभागे हो गुरु जी की गोद विच सज करके तुरकी बाणी श्री सुखमनी साहब जी के जाप ਅਤੇ ਗੁਰਮੁਖ ਪਰਿਵਾਰ ਵੱਲੋਂ ਪਿਛਲੇ ਦਿਨਾਂ ਤੋਂ ਆਰੰਭ ਕੀਤੇ ਹੋਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਨੌਵੇਂ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਸਲੋਕ ਆਪ ਜੀ ਨੇ ਸਰਵਣ ਕੀਤੇ। ਸੰਗਤ ਜੀ ਵਡਭਾਗੇ ਹੋ। ਆਓ ਅੱਜ ਆਪਾਂ ਜੋ ਦੀਵਾਨ ਸਜਾਏ ਹਨ ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਕਥਾਵਾਚਕ ਗਿਆਨੀ ਜਗਤਾਰ ਸਿੰਘ ਜੀ, ਮਾਫ ਕਰਨਾ ਜੀ, ਦਿਲਬਾਗ ਸਿੰਘ ਜੀ, ਵਿਸਰ ਗਿਆ ਨਾਮ, ਗਿਆਨੀ ਦਿਲਬਾਗ ਸਿੰਘ ਜੀ ਬਹੁਤ ਸਤਿਕਾਰਤ ਹਨ। ਉਹ ਆਪ ਜੀ ਨੂੰ ਬਾਲਾ ਪ੍ਰੀਤਮ ਦੇ ਜੀਵਨ 'ਤੇ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰਨਗੇ। ਸੰਗਤ ਜੀ ਆਓ ਜਲ ਪਾਣੀ ਜਾ ਛਕ ਲਿਆ। ਜਿਨ੍ਹਾਂ ਨੇ ਜਲਦੀ ਤੋਂ ਜਲਦੀ ਗੁਰੂ ਜੀ ਦੀ ਗੋਦ ਵਿੱਚ ਬੈਠੋ। ਆਓ ਉਹਨਾਂ ਦਾ ਹੀ ਹੁਣ ਸਮਾਂ ਹੈ, ਆਪਾਂ ਬਹੁਤਾ ਸਮਾਂ ਨਹੀਂ ਲੈਣਾ। 1 ਵਜੇ ਤੱਕ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਨਗੇ। ਸੰਗਤ ਜੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਗੱਲਾਂ ਬਾਤਾਂ ਨਹੀਂ ਕਰਨੀਆਂ, ਸਿਰਫ ਆਪਾਂ 1 ਘੰਟਾ ਗੁਰੂ ਦੀ ਗੋਦ ਦਾ ਆਨੰਦ ਮਾਣਨਾ ਹੈ। ਜਦੋਂ ਕਥਾ ਚੱਲ ਰਹੀ ਹੋਵੇ, ਕਿਸੇ ਅਚਾਨਕ ਕੋਈ ਬੱਚਾ ਮਾਫ ਕੀਤਾ ਜਾ ਸਕਦਾ, ਲੇਕਿਨ ਜੇਕਰ ਵਡੇਰੇ ਗੱਲਾਂ ਕਰਦੇ ਹੋਣ, ਉਹ ਕਥਾਵਾਚਕ ਨੂੰ ਵੀ ਸੁਣਨ ਵਾਲੇ ਸਰੋਤੇ ਨੂੰ ਵੀ ਪਤਾ ਨਹੀਂ ਕਿਹੜੀ ਰੂਹ ਜੁੜ ਕੇ ਕਥਾ ਸੁਣ ਰਹੀ ਹੁੰਦੀ ਹੈ, ਉਸ ਦਾ ਦਿਲ ਟੁੱਟਦਾ ਹੈ। ਸੋ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਜੀ। ਆਓ ਆਪਾਂ ਕਥਾ ਵਿੱਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। माटी का क्या धोपै स्वामी, मानस की गति। तेरे कवन कवन गुण कह कह गावा, तू साहिब गुणी निधाना। तुमरी महिमा बरन न साकों, तू ठाकुर ऊच भगवाना। तू सुल्तान कहाँ हो मियाँ, तेरी कवन वडाई। जो तू देह सो कहाँ स्वामी, मैं मूर्ख कहन ना जाई। तेरे गुण गावा देह बुझाई, जैसे सच मह रहूं रजाई। तेरे गुण गावा देह बुझाई, जैसे सच मह रहूं रजाई। जुगो जुग टल सतगुरु श्री गुरु ग्रंथ साहब महाराज जी की पावन पवित्र हजूरी अंदर सुभाएमान गुरु प्यारी गुरु सवारी साध संगत, सारे माई भाई रसना नूं पवित्र करो, गज के फतेह बुलाओ। वाहिगुरु जी का खालसा वाहिगुरु जी की फतेह। आपां सारे वड्डे भागां वाले हाँ जिन्हां नूं सतगुरां दी पावन पवित्र हजूरी विच बैठ के अलाही बाणी तुरकी बाणी दे जाप सरवण करन दा सुभाग प्राप्त हो रहा है। अज दे विशेष समागम बाला प्रीतम सतगुरु 8वें पातशाह श्री गुरु हरकृष्ण साहब महाराज सच्चे पातशाह जी के प्रकाश पुरब के दिहाड़े नूं समर्पित हैं। आप सारिया संगतां नूं सतगुरु जी के प्रकाश पुरब दियां लख लख मुबारकां होण, वधाइयां होण। सतगुरु कृपा करन, जो पावन उपदेश अते संदेश महाराज ने सानूं बख्शिया है, उहदे मुताबक चल के असीं अपने जीवन नूं सफला बना सकीए। और सेवक परिवार
ਭਾਈ ਚੰਨਣ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਵੱਲੋਂ ਆਪਣੀ ਪੋਤਰੀ ਅਤੇ ਰਜਿੰਦਰ ਸਿੰਘ ਜੀ ਵੱਲੋਂ ਆਪਣੀ ਬੇਟੀ, ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਦੇ ਚਰਨ ਪਰਸੇ ਗਏ ਹਨ। ਸੇਵਕ ਪਰਿਵਾਰ ਨੇ ਸਹਿਜ ਪਾਠ ਦੇ ਭੋਗ ਪਵਾਏ ਹਨ, ਬਾਣੀ ਦੇ ਜਾਪ ਕਰਵਾਏ ਨੇ। ਸੱਚੇ ਪਾਤਸ਼ਾਹ ਰਹਿਮਤ ਕਰਨ, ਬੱਚੇ ਨੂੰ ਲੰਮੀ ਆਰਜ਼ੂ ਦੀ ਦਾਤ ਬਖਸ਼ਿਸ਼ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਗੁਰਸਿੱਖੀ ਜੀਵਨ ਨਿਤਨੇਮ ਦੀਆਂ ਦਾਤਾਂ ਮਹਾਰਾਜ ਸਮੂਹ ਪਰਿਵਾਰ ਨੂੰ ਬਖਸ਼ ਕੇ ਨਿਵਾਜਣ। ਤੋ ਆਓ, ਜਿੰਨਾ ਸਮਾਂ ਬਾਕੀ ਬਚਿਆ ਹੈ, ਆਪਾਂ ਸਾਰਿਆਂ ਰਲ ਮਿਲ ਕੇ ਗੁਰੂ ਕੀਆਂ ਸਾਖੀਆਂ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਸਰਵਣ ਕਰਨਾ ਹੈ। ਮਹਾਰਾਜ ਦੇ ਇਤਿਹਾਸ ਦੀ ਵਿਆਖਿਆ ਤੋਂ ਪਹਿਲਾਂ ਸਾਰੀ ਸੰਗਤ ਰਲ ਕੇ ਸਤਿਗੁਰਾਂ ਦੀ ਸਿਫਤ ਵਿੱਚ 2 ਪੰਕਤੀਆਂ ਗੁਰਬਾਣੀ ਦੀਆਂ ਪੜ੍ਹੀਏ। ਸਭ ਤੋਂ ਪਹਿਲਾਂ ਮੈਂ ਪੜ੍ਹਾਂਗਾ, ਫਿਰ ਆਪ ਸਾਰੀ ਸੰਗਤ ਨੇ ਕਿਰਪਾ ਕਰਨੀ ਹੈ, ਮਗਰ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਹੈ, ਤਾਂ ਕਿ ਸਭ ਦੀ ਜਿਹੜੀ ਹਾਜ਼ਰੀ ਹੈ ਉਹ ਮਹਾਰਾਜ ਦੇ ਚਰਨਾਂ ਵਿੱਚ ਲੱਗ ਸਕੇ। ਸਭ ਨੇ ਉੱਚੀ ਬੁਲੰਦ ਆਵਾਜ਼ ਵਿੱਚ ਇਹ ਪੰਕਤੀਆਂ ਪੜ੍ਹਨੀਆਂ ਨੇ, ਕਿਉਂਕਿ ਅਕਸਰ ਅਸੀਂ ਜਦੋਂ ਵਿਚਰਦੇ ਹਾਂ ਤੇ ਗੱਲਾਂ ਦੀ ਆਵਾਜ਼ ਬਹੁਤੀ ਆਉਂਦੀ ਹੈ, ਪਰ ਜਦੋਂ ਬਾਣੀ ਪੜ੍ਹਨ ਦੀ ਗੱਲ ਕਰੀਏ ਤੇ ਫਿਰ ਸਾਰੇ ਚੁੱਪ ਜੇ ਕਰ ਜਾਂਦੇ ਨੇ ਵੀ ਇਹ ਇਕੱਲਾ ਹੁਣ ਭਾਈ ਪੜ੍ਹੇਗਾ। ਤੋ ਇਸ ਤਰ੍ਹਾਂ ਨਾ ਹੋਵੇ, ਸਾਰੇ ਆਪਾਂ ਰਲ ਕੇ ਬਾਣੀ ਨੂੰ ਪੜ੍ਹੀਏ ਔਰ ਜੋ ਸਤਿਗੁਰਾਂ ਦਾ ਉਪਦੇਸ਼ ਹੈ ਉਹਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਸਾਧ ਸੰਗਤ ਮੇਰੇ ਨਾਲ ਸਾਰਿਆਂ ਰਲ ਕੇ ਇਹ ਪੰਕਤੀਆਂ ਪੜ੍ਹਨੀਆਂ ਨੇ। ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ। ਵਾਹ ਵਾਹ। ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ। ਵਾਹ ਵਾਹ ਵਾਹ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ। ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ। ਵਾਹ ਵਾਹ ਵਾਹ। ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ। ਸਾਧ ਸੰਗਤ, ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਪਿਆ ਪਰਗਾਸਾ। ਮਨ ਦੇ ਵਿੱਚ ਗੁਰੂ ਦੇ ਸ਼ਬਦ ਦੇ ਦੁਆਰਾ
ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਹੋ ਜਾਂਦਾ ਹੈ। ਇਹ ਵੱਡੇ ਭਾਗ ਹੋਣ ਤੇ ਗੁਰੂ ਮਿਲਦਾ ਹੈ, ਗੁਰੂ ਪ੍ਰਾਪਤ ਹੁੰਦਾ ਹੈ। ਔਰ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਇਹਦੇ ਮੁਤਲਕ ਬਚਨ ਕਹਿੰਦੇ ਨੇ ਕਿ ਇਹੋ ਜਿਹੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਜਿਹੜਾ ਆਪ ਤੇ ਮੁਕਤ ਹੈ, ਦੂਜਿਆਂ ਨੂੰ ਵੀ ਨਾਲ ਤਾਰ ਲੈਂਦਾ। ਐਸੇ ਗੁਰੂ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਗੁਰੂ ਆਪ ਮੁਕਤ ਹੈ, ਨਾਲ ਸਾਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ। ਐਸੇ ਬਾਲਾ ਪ੍ਰੀਤਮ ਸਤਿਗੁਰੂ ਜਿਹੜੇ 5.25 ਸਾਲ ਦੀ ਆਰਜੂ ਵਿੱਚ ਗੁਰਤਾ ਗੱਦੀ ਤੇ ਬੈਠਦੇ ਨੇ ਤੇ ਸਾਧ ਸੰਗਤ ਕੁੱਲ 8 ਸਾਲ ਦੀ ਆਰਜੂ ਵਿੱਚੋਂ ਉਹ ਪ੍ਰਭ ਪੁਰਪਿਆਨਾ ਕਰ ਜਾਂਦੇ ਨੇ। ਐਸੇ ਸਤਿਗੁਰਾਂ ਦੇ ਬਾਬਤ ਦਸਮ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਕਿ ਜਿਨ੍ਹਾਂ ਨੂੰ ਵੇਖਿਆ ਹੀ, ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕੀਤਿਆਂ ਹੀ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਉਹ ਹਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਾਧ ਸੰਗਤ ਇਤਿਹਾਸ ਦੇ ਪੱਤਰਿਆਂ ਦੇ ਮੁਤਾਬਕ ਇਹਨਾਂ ਦਾ ਪਾਵਨ ਪ੍ਰਕਾਸ਼ ਸਨ 1656 ਦੇ ਵਿੱਚ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਵੀ ਨਾਂ ਆਇਆ ਹੈ, ਮਾਤਾ ਕੋਟ ਕਲਿਆਣੀ ਵੀ ਨਾਂ ਆਇਆ ਹੈ ਔਰ ਮਾਤਾ ਕਿਸ਼ਨ ਕੌਰ ਵੀ ਨਾਂ ਆਇਆ ਹੈ। ਇਹਨਾਂ ਦੀ ਕੁੱਖ ਵਿੱਚੋਂ ਇਹਨਾਂ ਦਾ ਪ੍ਰਕਾਸ਼ ਹੋਇਆ। ਇਹ ਪਾਵਨ ਧਰਤੀ ਹੈ ਸ੍ਰੀ ਕੀਰਤਪੁਰ ਸਾਹਿਬ ਦੀ। ਆਪ ਜਿਹੜੇ ਗੁਰਮੁਖ ਇਤਿਹਾਸ ਤੋਂ ਜਾਣੂ ਹੋ, ਆਪ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਕੀਰਤਪੁਰ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਹੈ। ਸਾਡੇ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਬਾਬਾ ਬੁੱਢਣ ਸ਼ਾਹ ਜਿਨ੍ਹਾਂ ਦਾ ਪਾਵਨ ਸਥਾਨ ਅੱਜ ਤੁਸੀਂ ਉੱਥੇ ਵੇਖਦੇ ਹੋ, ਲਾਗੇ ਹੀ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ। ਬਾਬਾ ਬੁੱਢਣ ਸ਼ਾਹ ਬੈਠੇ ਨੇ, ਭਗਤੀ ਕਰਦੇ ਨੇ, ਰੱਬ ਦੀ ਇਬਾਦਤ ਕਰਦੇ ਨੇ ਤੇ ਬਹੁਤ ਹੀ ਅਲਪ ਆਹਾਰ ਕਰਦੇ ਨੇ। ਇੱਕ ਬੱਕਰੀ ਹੈ ਕੋਲ, ਕੇਵਲ ਉਹਦਾ ਦੁੱਧ ਛਕਦੇ ਨੇ। ਹਰ ਵੇਲੇ ਰੱਬ ਦੀ ਬੰਦਗੀ ਵਿੱਚ ਲੀਨ ਰਹਿਣਾ। ਤੇ ਇਹਨਾਂ ਦੀ ਜੰਗਲੀ ਜਾਨਵਰਾਂ ਤੋਂ ਰੱਖਿਆ ਇੱਕ ਸ਼ੇਰ ਕਰ ਰਿਹਾ। ਸਾਧ ਸੰਗਤ ਲਾਗੇ ਚਾਗੇ ਦੇ ਲੋਕ ਵੇਲੇ ਕੁ ਵੇਲੇ ਆਣ ਕੇ ਇਹਨੂੰ ਮਿਲਦੇ ਨੇ। ਰੱਬ ਦੀ ਇਬਾਦਤ ਤੇ ਹੈ ਪਰ ਉਹਦੇ ਵਿੱਚ ਰਸ ਨਹੀਂ ਆ ਰਿਹਾ। ਇਸ ਗੱਲ ਤੋਂ ਖਫਾ ਹੈ, ਦੁਖੀ ਹੈ ਕਿ ਇੰਨੀ ਇਬਾਦਤ ਕਰਦਾ, ਇਹਦੇ ਵਿੱਚ ਰਸ ਨਹੀਂ ਪੈਦਾ ਹੋ ਰਿਹਾ, ਮਿਠਾਸ ਨਹੀਂ ਪੈਦਾ ਹੋ ਰਹੀ। ਆਪ ਸਾਰੇ ਜਾਣਦੇ ਹੋ, ਮੈਂ ਇੱਕ ਉਦਾਹਰਣ ਦਿਆ ਕਰਦਾ। ਮਿਠਾਸ ਕੀ ਹੈ? ਅਸੀਂ ਸਾਰੇ ਜ਼ਿਮੀਂਦਾਰੀ ਕਿੱਤੇ ਨਾਲ ਜੁੜੇ ਹੋਏ ਲੋਕ ਹਾਂ। ਕਈ ਵਾਰ ਘਰਾਂ ਵਿੱਚ ਫਲਦਾਰ ਪੌਦਾ ਲਾਈਦਾ। ਫਲਦਾਰ ਪੌਦੇ ਨੂੰ ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਪਰ ਖਾਣ ਤੇ ਪਤਾ ਲੱਗਦਾ ਫਲ ਫਿੱਕਾ ਰਹਿ ਗਿਆ, ਇਹਦੇ ਵਿੱਚ ਮਿਠਾਸ ਨਹੀਂ। ਅਮਰੂਦ ਲਾਇਆ ਜਾਂਦਾ, ਅੰਗੂਰ ਲਾਇਆ ਜਾਂਦਾ, ਅੰਬ ਲਾਇਆ ਜਾਂਦਾ, ਆਖਿਆ ਬੜਾ ਸੋਹਣਾ ਇਹਨੂੰ ਪਾਲਿਆ ਪੋਸਿਆ, ਖੁਰਾਕ ਵੀ ਪੂਰੀ ਦਿੱਤੀ। ਇਹਦੇ ਲਾਗੇ ਦੂਸਰਾ ਬੂਟਾ ਲੱਗਿਆ, ਉਹਦੇ ਅਮਰੂਦ ਮਿੱਠੇ ਹੋ ਗਏ ਨੇ, ਪਰ ਇਸ ਦੇ ਅਮਰੂਦ ਮਿੱਠੇ ਨਹੀਂ। ਇਹ ਤੁਸੀਂ ਇਹਦੇ 'ਚ ਕੁਝ ਨਹੀਂ ਕਰ ਸਕੋਗੇ। ਕਿਉਂ? ਇਹ ਰੱਬ ਦੇ ਹੱਥ ਹੈ। ਇਹ ਭਗਵਾਨ ਦੀ ਕਿਰਪਾ ਹੋਵੇ, ਉਹ ਰਸ ਨੂੰ ਮਿਠਾਸ ਦੇਵੇ ਚਾਹੇ ਨਾ ਦੇਵੇ, ਇਹਦੇ ਵਿੱਚ ਕਿਸਾਨ ਕੁਝ ਨਹੀਂ ਕਰ ਸਕਦਾ। ਸਾਧ ਸੰਗਤ ਇਸ ਗੱਲੋਂ ਦੁਖੀ ਹੈ। ਇੱਕ ਦਿਨ ਕੀ ਹੋਇਆ ਕਿ 10-12 ਸਾਲ ਦੀ ਬੱਚੀ ਜਿਹੜੀ ਅਕਸਰ ਇਹਨੂੰ ਮਿਲਦੀ ਹੈ, ਅੱਜ ਮਿਲਣ ਆਈ, ਲੱਕੜਾਂ ਚੁਗਣ ਆਈ। ਉਹਦੇ ਚਿਹਰੇ ਤੇ ਖੜਾਓ ਬੜਾ ਹੈ, ਖੁਸ਼ ਬੜੀ ਹੈ। ਉਸ 10-12 ਸਾਲ ਦੀ ਬੱਚੀ ਨੂੰ ਇਹ ਫਕੀਰ ਬੁੱਢਣ ਸ਼ਾਹ ਕਹਿੰਦਾ ਹੈ, ਪੁੱਤਰ ਤੂੰ ਅੱਜ ਬੜੀ ਖੁਸ਼ ਨਜ਼ਰ ਆ ਰਹੀ ਹੈ, ਬੜੀ ਪ੍ਰਸੰਨ ਨਜ਼ਰ ਆ ਰਹੀ ਹੈ। ਕੀ ਗੱਲ ਹੈ? ਤੈਨੂੰ ਨਵਾਂ ਕੱਪੜਾ ਮਿਲਿਆ, ਤੈਨੂੰ ਖੇਡਣ ਨੂੰ ਕੋਈ ਨਵਾਂ ਖਿਡੌਣਾ ਮਿਲਿਆ, ਜਾਂ ਤੂੰ ਵਾਂਢਿਓਂ ਤੇ ਆਈ ਹੈ ਜਾਂ ਚੱਲੀ ਹੈ। ਬੱਚਿਆਂ ਨੂੰ ਤਾਂ ਇਹੋ ਖੁਸ਼ੀ ਹੁੰਦੀ ਹੈ। ਉਹ 10-12 ਸਾਲ ਦੀ ਬੱਚੀ
ਜਿਹਦੇ ਪਿਤਾ ਦਾ ਨਾਂ ਇਤਿਹਾਸ ਵਿੱਚ ਪਿੰਜੂ ਆਇਆ ਹੈ, ਉਹ ਕਹਿੰਦੀ ਨਹੀਂ ਬਾਬਾ, ਨਾ ਮੈਨੂੰ ਨਵਾਂ ਕੱਪੜਾ ਮਿਲਿਆ, ਨਾ ਮੈਨੂੰ ਕੋਈ ਖਿਡੌਣਾ ਮਿਲਿਆ, ਨਾ ਮੈਨੂੰ ਖਾਣ ਨੂੰ ਕੋਈ ਮਿੱਠੀ ਚੀਜ਼ ਮਿਲੀ। ਕਹਿਣ ਲੱਗਾ ਫਿਰ ਖੁਸ਼ੀ ਦਾ ਰਾਜ। ਉਹ 10-12 ਸਾਲ ਦੀ ਬੱਚੀ ਕਹਿੰਦੀ ਹੈ, ਅੱਜ ਸਾਡੇ ਘਰ ਨਾਨਕ ਨਿਰੰਕਾਰੀ ਜੀ ਨੇ ਪ੍ਰਸ਼ਾਦਾ ਛਕਣਾ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹ 10-12 ਸਾਲ ਦੀ ਬੱਚੀ ਕਹਿੰਦੀ ਹੈ, ਬਾਬਾ ਅੱਜ ਸਾਡੇ ਘਰ ਨਾਨਕ ਨਿਰੰਕਾਰੀ ਜੀ ਨੇ ਆਉਣਾ, ਉਹਨਾਂ ਪ੍ਰਸ਼ਾਦਾ ਛਕਣਾ। ਉਹਨਾਂ ਦੇ ਪ੍ਰਸ਼ਾਦੇ ਵਾਸਤੇ, ਉਹਨਾਂ ਦੀ ਸਬਜ਼ੀ ਭਾਜੀ ਵਾਸਤੇ ਮੇਰੇ ਮਾਤਾ ਪਿਤਾ ਨੇ ਮੈਨੂੰ ਲੱਕੜਾਂ ਲੈਣ ਭੇਜਿਆ। ਮੈਂ ਅੱਜ ਲੱਕੜਾਂ ਲੈਣ ਆਈ ਹਾਂ। ਮੇਰੇ ਪਿਤਾ ਜੀ ਕਹਿੰਦੇ ਨੇ ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈਂਦਾ। ਉਹਦਾ ਜਨਮ ਮਰਨ ਮੁੱਕ ਜਾਂਦਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਲੈਂਦਾ। ਜਦੋਂ ਇਹ ਗੱਲਾਂ ਸਾਧ ਸੰਗਤ ਇਸ ਫਕੀਰ ਨੇ ਸੁਣੀਆਂ, ਨਾਂ ਤੇ ਪਹਿਲਾਂ ਵੀ ਸੁਣਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਤੇ 10-12 ਸਾਲ ਦੀ ਬੱਚੀ ਨੂੰ ਇਹ ਫਕੀਰ ਕਹਿੰਦਾ ਹੈ, ਬੱਚਾ ਭਲਾ ਜੇ ਮੈਂ ਬਾਬੇ ਨਾਨਕ ਨਿਰੰਕਾਰੀ ਨੂੰ ਮਿਲਣਾ ਹੋਵੇ ਮੈਂ ਕਿਵੇਂ ਮਿਲ ਸਕਦਾ? ਤੇ 10-12 ਸਾਲ ਦੀ ਉਹ ਭੋਲੀ ਭਾਲੀ ਬੱਚੀ ਕਹਿੰਦੀ, ਬਾਬਾ ਮੇਰੇ ਪਿਤਾ ਜੀ ਕਹਿੰਦੇ ਨੇ ਕਿ ਜਿੱਥੇ ਵੀ ਕੋਈ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ, ਗੁਰੂ ਨਾਨਕ ਸਾਹਿਬ ਉਹਨੂੰ ਮਿਲਣ ਵਾਸਤੇ ਉੱਥੇ ਹੀ ਚਲਿਆ ਜਾਂਦਾ। ਪੈਂਡੇ ਉਹਦੇ ਵਾਸਤੇ ਕੁਛ ਨਹੀਂ, ਦੂਰੀਆਂ ਉਹਦੇ ਵਾਸਤੇ ਕੁਛ ਨਹੀਂ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਹੋ ਜਾਂਦਾ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਵਾਲੀ ਘਟਨਾ ਵਾਪਰ ਜਾਂਦੀ ਹੈ। ਇਹ ਫਕੀਰ ਕਹਿੰਦਾ ਵੀ ਜੇ ਵਾਕਿਆ ਹੀ ਉਹ ਆਰਾਧਿਆਂ ਮਿਲ ਜਾਂਦਾ ਫਿਰ ਮੈਂ ਵੀ ਉਹਨੂੰ ਚੇਤੇ ਕਰਾਂਗਾ ਤੇ ਮੈਨੂੰ ਵੀ ਮਿਲਣ। ਸਾਧ ਸੰਗਤ ਇਹ ਬੱਚੀ ਨੂੰ ਵਿਦਾ ਕਰਕੇ ਬੁੱਢਣ ਸ਼ਾਹ ਫਕੀਰ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿੰਜੂ ਦੇ ਘਰ ਬੈਠੇ ਨੇ, ਪ੍ਰਸ਼ਾਦਾ ਤਿਆਰ ਹੋ ਰਿਹਾ। ਅਰਦਾਸ ਇਹਦੀ ਸੁਣ ਕੇ ਤੇ ਇਹਦੇ ਕੋਲ ਆ ਜਾਂਦੇ ਨੇ। ਆਣ ਕੇ ਬੈਠੇ, ਗੱਲਬਾਤ ਹੋਈ। ਇਹਨੇ ਅਰਜ਼ ਕੀਤੀ, ਪਾਤਸ਼ਾਹ ਮੈਂ ਬੰਦਗੀ ਕਰਦਾ, ਇਬਾਦਤ ਕਰਦਾ, ਪਰ ਉਹਦੇ ਵਿੱਚ ਰਸ ਨਹੀਂ ਪੈਦਾ ਹੋ ਰਿਹਾ। ਸਾਹਿਬ ਨੇ ਕਿਰਪਾ ਕੀਤੀ, ਮਿਹਰ ਦਾ ਹੱਥ ਦੇ ਸਿਰ ਤੇ ਰੱਖਿਆ, ਇਹਨੂੰ ਰਸ ਪੈਦਾ ਹੋਇਆ ਤੇ ਖੁਸ਼ ਪ੍ਰਸੰਨ ਹੋ ਕੇ ਸਾਧ ਸੰਗਤ ਇਹਦੀ ਬੱਕਰੀ ਚਰ ਕੇ ਆਈ। ਇਹਨੇ ਭਰ ਕੇ ਇੱਕ ਬਰਤਨ ਗੁਰੂ ਸਾਹਿਬ ਨੂੰ ਭੇਟ ਕੀਤਾ, ਕਹਿਣ ਲੱਗਾ ਛਕੋ ਮੇਰੇ ਵੱਲੋਂ। ਤੇ ਮਹਾਰਾਜ ਕਹਿਣ ਲੱਗੇ ਨਹੀਂ, ਕਿਉਂਕਿ ਅਸੀਂ ਪਿੰਜੂ ਦੇ ਘਰ ਪ੍ਰਸ਼ਾਦਾ ਤਿਆਰ ਕਰਵਾ ਕੇ ਆਏ ਹਾਂ ਤੇ ਸਾਡਾ ਇਹ ਅਸੂਲ ਹੈ ਕਿ ਅਸੀਂ ਭਰੇ ਉੱਤੇ ਨਹੀਂ ਭਰਦੇ। ਅਸੀਂ ਪ੍ਰਸ਼ਾਦਾ ਉਦੋਂ ਛਕਦੇ ਹਾਂ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ। ਮੈਂ ਇੱਕ ਅਰਜ਼ ਕਰਾਂ, ਇੱਕ ਖਿਣ ਵਾਸਤੇ ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ ਤੁਹਾਡੇ ਨਾਲ ਖੋਲ੍ਹਣਾ ਚਾਹੁੰਦਾ। ਮੈਂ ਇੱਥੇ ਬੈਠਿਆਂ ਵੀ ਗੁਰਮੁਖਾਂ ਨਾਲ ਗੱਲ ਕਰਦਾ ਸੀ ਕਿ ਅੱਜ ਸੰਸਾਰ ਜਿਹੜਾ ਉਹ ਭੁੱਖ ਦਾ ਬਿਮਾਰ ਨਹੀਂ, ਉਹ ਖਾਣ ਨਾਲ ਬਿਮਾਰ ਹੋ ਰਿਹਾ। ਜਦੋਂ ਕਿ ਸਾਨੂੰ ਸਾਡੀ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਖਾਏ ਵੀ ਥੋੜ੍ਹਾ ਤੇ ਸੌਵੇਂ ਵੀ ਥੋੜ੍ਹਾ। ਪਰ ਅੱਜ ਜਿੰਨਾ ਬਿਮਾਰੀ ਦਾ ਕਾਰਨ ਹੈ ਸਾਧ ਸੰਗਤ, ਉਹਦਾ ਮੁੱਖ ਕਾਰਨ ਹੈ ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜਿੰਨੀ ਬਿਮਾਰੀ ਹੈ ਉਹ ਸਾਡੀ ਖਾਣ ਤੇ ਹੈ। ਦੁਨੀਆ ਦਾ ਮਹਾਨ ਵੈਦ ਧਨੰਤਰ ਹੋਇਆ, ਉਹਦੇ ਬਾਰੇ ਆਪਨੇ ਪੜ੍ਹਿਆ ਸੁਣਿਆ ਹੋਵੇਗਾ। ਕਿਸੇ ਨੇ ਧਨੰਤਰ ਨੂੰ ਪੁੱਛਿਆ ਕਿ ਵੈਦ ਜੀ ਰੋਗ ਕੀ ਹੈ ਤੇ ਰੋਗ ਦੀ ਦਵਾਈ ਕੀ ਹੈ? ਤੇ ਧਨੰਤਰ ਵੈਦ ਨੇ 2 ਗੱਲਾਂ ਵਿੱਚ ਜਵਾਬ ਦਿੱਤਾ। ਕਹਿਣ ਲੱਗਾ ਖਾਣਾ ਹੀ ਰੋਗ ਹੈ ਤੇ ਖਾਣਾ ਹੀ ਦਵਾਈ ਹੈ। ਬੰਦਾ ਜਦੋਂ ਪਰਹੇਜ਼ ਨਹੀਂ ਕਰਦਾ ਖਾਣ ਲੱਗਿਆਂ ਉਹ ਰੋਗੀ ਹੋ ਜਾਂਦਾ। ਜਦੋਂ ਵੈਦ ਕੋ ਜਾਂਦਾ, ਡਾਕਟਰ ਕੋ ਜਾਂਦਾ ਤੇ ਸਿਆਣਾ ਡਾਕਟਰ ਕੀ ਕਰਦਾ ਆਪਾਂ ਸਭ ਨੂੰ ਪਤਾ, ਕਿਉਂਕਿ ਆਪਾਂ ਵੀ ਕਿਸੇ ਨਾ ਕਿਸੇ ਰੋਗ ਨਾਲ ਗ੍ਰਸਤ ਹਾਂ। ਉਹ ਕਹਿੰਦਾ ਦਵਾਈ ਤੇ ਹੈ ਹੀ ਹੈ, ਪਰ ਤੈਨੂੰ ਖਾਣ ਦਾ ਪਰਹੇਜ਼ ਕਰਨਾ ਪਵੇਗਾ, ਤੈਨੂੰ ਆਹ ਚੀਜ਼ਾਂ ਛੱਡਣੀਆਂ ਪੈਣਗੀਆਂ ਤਾਂ ਤੂੰ ਤੰਦਰੁਸਤ ਹੋ ਸਕਦਾ। ਤਾਂ ਇਹ ਸਾਨੂੰ ਸਿੱਖਿਆ ਸਾਡੇ ਗੁਰੂਦੇਵ ਨੇ ਦਿੱਤੀ ਹੈ। ਪਾਤਸ਼ਾਹ ਕਹਿਣ ਲੱਗੇ ਫਕੀਰ ਅਸੀਂ ਭਰੇ ਤੇ ਨਹੀਂ ਭਰਨਾ, ਅਸੀਂ ਪਿੰਜੂ ਦੇ ਘਰ ਪ੍ਰਸ਼ਾਦਾ ਤਿਆਰ ਕਰਾ ਕੇ ਆਏ ਹਾਂ,
ਜਾ ਕੇ ਛਕਣਾ ਹੈ। ਜੇਕਰ ਤੇਰੇ ਕੋਲ ਦੁੱਧ ਪੀ ਲਿਆ ਫਿਰ ਪ੍ਰਸ਼ਾਦਾ ਛਕਣ ਦੀ ਲੋੜ ਨਹੀਂ ਰਹੇਗੀ, ਪ੍ਰਸ਼ਾਦਾ ਖਰਾਬ ਹੋਵੇਗਾ। ਤਾਂ ਸਾਧ ਸੰਗਤ ਉਹਨੇ ਆਖਿਆ, ਪਾਤਸ਼ਾਹ ਮੇਰੀ ਭਾਵਨਾ ਸੀ ਕਿਉਂਕਿ ਮੈਂ ਹੋਰ ਤੇ ਛਕਦਾ ਨਹੀਂ, ਮੈਂ ਤੇ ਦੁੱਧ ਹੀ ਛਕਦਾ। ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਤੇਰੀ ਭਾਵਨਾ ਫਲੇਗੀ, ਅਸੀਂ 6ਵੇਂ ਸਰੂਪ ਵਿੱਚ ਆਵਾਂਗੇ, ਤੇਰੇ ਕੋਲ ਮੰਗ ਕੇ ਦੁੱਧ ਪੀਵਾਂਗੇ। ਸਾਧ ਸੰਗਤ ਜਿਸ ਦਿਨ ਇਹ ਕੀਰਤਪੁਰ ਸਾਹਿਬ ਦੀ ਮੋਹੜੀ ਗੱਡੀ, ਆਪ ਨੂੰ ਪਤਾ ਹੋਏਗਾ ਇਹਦੀ ਮੋਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕਹਿ ਕੇ ਸਨ 1624 ਦੇ ਵਿੱਚ ਸ਼ੁਰੂ ਕਰਵਾਈ ਸੀ। ਨਗਰ ਤਿਆਰ ਹੋਇਆ, ਮਹਾਰਾਜ ਨੂੰ ਪੁੱਛਿਆ, ਮਹਾਰਾਜ ਇਹਦਾ ਨਾਂ ਕੀ ਰੱਖੀਏ ਨਗਰ ਦਾ? ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਇਸ ਜਗ੍ਹਾ ਤੇ ਬਹਿ ਕੇ ਰੱਬ ਦੇ ਪਿਆਰੇ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ ਹੈ, ਕੀਰਤ ਕੀਤੀ ਹੈ, ਉਹਦੀ ਸਲਾਹਣਾ ਕੀਤੀ ਹੈ, ਇਸ ਕਰਕੇ ਇਸ ਨਗਰ ਦਾ ਨਾਂ ਕੀਰਤਪੁਰ ਸਾਹਿਬ ਰੱਖਿਆ ਜਾਵੇ। ਸਾਧ ਸੰਗਤ ਇਸੇ ਜਗ੍ਹਾ ਤੇ 7ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਔਰ ਇਸੇ ਜਗ੍ਹਾ ਤੇ ਅੱਜ 7ਵੇਂ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜਾਂ ਮਾਤਾ ਕਿਸ਼ਨ ਕੌਰ, ਜਿਨ੍ਹਾਂ ਨੂੰ ਕੋਟ ਕਲਿਆਣੀ ਵੀ ਕਿਹਾ ਜਾਂਦਾ ਹੈ, ਉਹਨਾਂ ਦੀ ਕੁੱਖ ਵਿੱਚੋਂ ਇੱਕ ਬਾਲਕ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਗਿਆ ਹਰਕ੍ਰਿਸ਼ਨ ਸਾਹਿਬ। ਯਾਦ ਰੱਖਿਓ, ਇਹਨਾਂ ਦੇ ਵੱਡੇ ਭਰਾ ਸਨ ਬਾਬਾ ਰਾਮ ਰਾਏ, ਉਹਨਾਂ ਦਾ ਜਨਮ 1650 ਵਿੱਚ ਹੋਇਆ ਸੀ। ਸਾਧ ਸੰਗਤ ਗੁਰੂ ਘਰ ਦੀ ਮਰਿਆਦਾ ਹੈ, ਜਦੋਂ ਸਿੱਖ ਦੇ ਘਰ ਧੀ ਜਾਂ ਪੁੱਤਰ ਪੈਦਾ ਹੋਵੇ ਉਦੋਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹਿਆ ਜਾਂਦਾ, ਪੂਤਾ ਮਾਤਾ ਕੀ ਅਸੀਸ। ਤੇ ਅਸੀਸ ਕੀ ਹੈ ਕਿ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਕਿ ਐ ਬੱਚਿਆ ਤੈਨੂੰ ਰੱਬ ਨਾ ਭੁੱਲ ਜਾਵੇ, ਤੈਨੂੰ ਰੱਬ ਛੇਤੀ ਚੇਤੇ ਆਵੇ, ਸਦਾ ਹੀ ਚੇਤੇ ਆਵੇ। ਇਹ ਅਸੀਸ ਹੈ। ਹੁਣ ਤੇ ਬਹੁਤ ਚੀਜ਼ਾਂ ਐਸੀਆਂ ਸਾਡੇ ਸਮਾਜ ਵਿੱਚੋਂ ਨਿਕਲਦੀਆਂ ਜਾ ਰਹੀਆਂ ਔਰ ਉਹਨਾਂ ਨੂੰ ਨਾਂ ਕੀ ਦਿੱਤਾ ਜਾਂਦਾ, ਇਹ ਕਰਮ ਕਾਂਡ ਹੈ। ਮੈਂ ਕਹਿੰਦਾ ਕਿਸੇ ਬਜ਼ੁਰਗ ਦੇ, ਕਿਸੇ ਸਿਆਣੇ ਦੇ ਪੈਰੀਂ ਹੱਥ ਕੋ ਲਾਵੇ, ਉਹ ਅੱਗੋਂ ਅਸੀਸ ਦੇਵੇ ਕਿ ਤੈਨੂੰ ਗੁਰੂ ਚੇਤੇ ਆਵੇ, ਰੱਬ ਤੈਨੂੰ ਵਿਦਿਆ ਦਾਨ ਬਖਸ਼ੇ, ਗੁਰੂ ਤੈਨੂੰ ਸਿੱਖੀ ਬਖਸ਼ੇ। ਸਾਧ ਸੰਗਤ ਇਹ ਕੀ ਕਰਮ ਕਾਂਡ ਹੈ? ਕੋਈ ਕਰਮ ਕਾਂਡ ਹੈ? ਨਹੀਂ। ਜੇ ਕਰਮ ਕਾਂਡ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਦੇ ਨਹੀਂ ਸੀ ਲਿਖਿਆ ਮਿਲਣਾ ਕਿ ਜਦੋਂ ਗੁਰੂ ਕਾ ਸਿੱਖ ਆਣ ਕੇ ਮੱਥਾ ਟੇਕਦਾ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਗੁਰ ਥਾਪੀ ਦਿੱਤੀ ਕੰਡ ਜੀਓ। ਹੁਣ ਕੰਡ ਤੇ ਥਾਪੀ ਕਦੋਂ ਮਿਲੇਗੀ? ਜਦੋਂ ਕੋਈ ਕਿਸੇ ਅੱਗੇ ਝੁਕੇਗਾ। ਖਲੋਤੇ ਨੂੰ ਕੰਡ ਤੇ ਥਾਪੀ ਨਹੀਂ ਦਿੱਤੀ ਜਾ ਸਕਦੀ। ਜਦੋਂ ਆਣ ਕੇ ਕੋਈ ਗੁਰੂ ਨੂੰ ਮੱਥਾ ਟੇਕੇ, ਗੁਰੂ ਦੇ ਅੱਗੇ ਡੰਡੌਤ ਬੰਦਨ ਕਰੇ, ਤਾਂ ਹੀ ਗੁਰੂ ਥਾਪੀ ਦੇਵੇਗਾ। ਤੇ ਜੇ ਗੁਰੂ ਦੇ ਅੱਗੇ ਮੱਥਾ ਨਹੀਂ ਟੇਕਣਾ, ਝੁਕਣਾ ਨਹੀਂ, ਤੇ ਸਾਧ ਸੰਗਤ ਫਿਰ ਗੁਰੂ ਥਾਪੀ ਜਿਹੜੀ ਹੈ ਕਿਵੇਂ ਕੰਡ ਤੇ ਦੇਵੇਗਾ? ਕਿਸੇ ਬਜ਼ੁਰਗ ਵਾਰ, ਕਿਸੇ ਮਹਾਂਪੁਰਸ਼ ਸਾਧੂ ਮਹਾਤਮਾ ਦੇ ਚਰਨੀ ਹੱਥ ਲਾਉਂਦੇ ਹੋ, ਉਹ ਅਸੀਸ ਦਿੰਦਾ। ਕੋਈ ਧੀ ਭੈਣ ਨੂੰ ਸੱਸ ਦੇ ਪੈਰੀਂ ਹੱਥ ਲਾਉਂਦੀ, ਉਹ ਅਸੀਸ ਦਿੰਦੀ ਹੈ। ਇਹ ਕਰਮ ਕਾਂਡ ਨਹੀਂ, ਇਹ ਸਾਡਾ ਸੱਭਿਆਚਾਰ ਹੈ, ਸਾਡਾ ਕਲਚਰ ਸੀ। ਤੋ ਖੈਰ ਗੁਰੂ ਨੇ ਵੀ ਇਹਦਾ ਜ਼ਿਕਰ ਕੀਤਾ ਕਿ ਮਾਂ ਅਸੀਸ ਦੇ ਰਹੀ ਹੈ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਤੈਨੂੰ ਸਦਾ ਰੱਬ ਚੇਤੇ ਆਵੇ। ਸਮਾਂ ਗੁਜ਼ਰਿਆ, ਥੋੜ੍ਹੇ ਵੱਡੇ ਹੋਏ, ਤੇ ਸਾਧ ਸੰਗਤ ਇਹ ਯਾਦ ਰੱਖਣਾ, ਮਾਂ ਪਿਓ ਦੇ ਸੁਭਾਅ ਦਾ ਜਿਹੜਾ ਅਸਰ ਹੈ ਉਹ ਬੱਚਿਆਂ ਤੇ ਪੈਂਦਾ ਹੈ। ਇਹਨੂੰ ਭੁੱਲੀਏ ਨਾ। ਮੈਂ ਅਕਸਰ ਇਹ ਬੇਨਤੀ ਕਰਿਆ ਕਰਦਾ, ਜਿਹੋ ਜਿਹਾ ਘਰ ਵਿੱਚ ਮਾਹੌਲ ਹੋਵੇਗਾ ਬੱਚੇ ਉਸੇ ਤਰ੍ਹਾਂ ਦੇ ਬਣ ਜਾਂਦੇ ਨੇ। ਅਸੀਂ ਪਿੰਡਾਂ ਵਿੱਚੋਂ ਆਏ ਹਾਂ, ਜਦੋਂ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦਾ ਸੁਖਾਸਨ ਹੋਣਾ, ਅਸੀਂ ਆਪਣੇ ਅੱਖੀਂ ਵੇਖਣਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣਾ, ਸੁਖਾਸਨ ਵਾਲੇ ਕਮਰੇ 'ਚ ਲੈ ਕੇ ਜਾਣਾ, ਇੱਕ ਨੇ ਚੌਰ ਕਰਨਾ, ਮਗਰ ਸੰਗਤ ਤੁਰੀ ਜਾਣਾ ਸ਼ਬਦ ਪੜ੍ਹਦੇ। ਤੇ ਜਦੋਂ ਅਸੀਂ ਘਰਾਂ ਵਿੱਚ ਆਣ ਕੇ ਬੱਚਿਆਂ ਨੇ ਖੇਡਣਾ ਤੇ ਅਸੀਂ ਕੀ ਕਰਦੇ ਹੁੰਦੇ ਸੀ? ਝੂਠੀ ਮੂਠੀ ਇੱਕ ਕੋ ਘਰੋਂ ਕਿਤਾਬ ਲੈ ਲੈਣੀ, ਸਿਰ ਤੇ ਰੱਖ ਲੈਣੀ, ਤੇ ਇੱਕ ਨੂੰ ਕਹਿਣਾ ਤੂੰ ਇੱਥੋਂ ਢੇਕ ਦੇ ਪੱਤੇ ਤੋੜ ਲੈ,
ਨਿੰਮ ਦੇ ਪੱਤੇ ਤੋੜ ਲੈ ਤੇ ਤੂੰ ਉਸ ਤਰ੍ਹਾਂ ਹੀ ਮੇਰੇ ਮਗਰ ਕਰ ਜਿਵੇਂ ਅਸੀਂ ਬਾਬਾ ਜੀ ਨੂੰ ਵੇਖਿਆ। ਇਹ ਯਾਦ ਰੱਖਿਓ, ਇਹ ਮਨੋਵਿਗਿਆਨ ਕਹਿੰਦਾ ਕਿ ਬੱਚਾ ਕਹਿਣ ਨਾਲ ਨਹੀਂ ਸਿੱਖਦਾ, ਬੱਚਾ ਵੇਖਣ ਨਾਲ ਸਿੱਖਦਾ। ਇਹ ਮਨੋਵਿਗਿਆਨੀ ਗੱਲ ਹੈ। ਜੋ ਕੁਝ ਘਰ ਵਿੱਚ ਤੁਸੀਂ ਕਰਦੇ ਹੋ ਉਹਦਾ ਅਸਰ ਬੱਚੇ ਤੇ ਹੈ। ਜੇ ਤੁਸੀਂ ਸ਼ਾਮ ਨੂੰ ਸੋਦਾ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਹੋ ਗੁਟਕਾ ਲੈ ਕੇ, ਬੱਚੇ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ। ਬੱਚਾ ਆਪਣੇ ਆਪ ਹੀ ਵੇਖ ਕੇ ਤੁਹਾਡੇ ਕੋਲ ਬੈਠੇਗਾ ਕਿ ਮੇਰੇ ਵੱਡੇ, ਮੇਰੇ ਬਜ਼ੁਰਗ ਪਾਠ ਕਰਦੇ ਨੇ, ਮੈਂ ਵੀ ਕਰਾਂ। ਤੇ ਯਾਦ ਰੱਖਿਓ, ਜੇ ਸ਼ਾਮ ਨੂੰ ਤੁਸੀਂ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਂਦੇ ਹੋ, ਤੁਹਾਨੂੰ ਉੱਥੇ ਕਹਿਣ ਦੀ ਲੋੜ ਨਹੀਂ ਪਏਗੀ। ਬੱਚਾ ਵੇਖ ਕੇ ਆਪਣੇ ਆਪ ਨਕਲ ਕਰਨੀ ਸ਼ੁਰੂ ਕਰ ਲਵੇਗਾ, ਕਿਉਂਕਿ ਉਹ ਵੇਖ ਰਿਹਾ ਹੈ ਕਿ ਜੋ ਕਰ ਮੇਰੇ ਘਰ ਦੇ ਕਰਦੇ ਨੇ ਉਹਦਾ ਪ੍ਰਭਾਵ ਉੱਤੇ ਪੈਂਦਾ ਹੈ। ਇਸ ਕਰਕੇ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ, ਕੋਸ਼ਿਸ਼ ਕਰਿਆ ਕਰੋ, ਆਪ ਵੀ ਬਾਣੀ ਹੈ ਉਹਦੀ ਸੰਥਿਆ ਕਰੋ, ਬਾਣੀ ਦਾ ਪਾਠ ਸਿੱਖ ਕੇ ਆਪਣੇ ਘਰ ਬੱਚਿਆਂ ਦੇ ਵਿੱਚ ਬੈਠ ਕੇ ਉਹਦਾ ਪਾਠ ਕਰਿਆ ਕਰੋ। ਇਹਦਾ ਪ੍ਰਭਾਵ ਬੱਚਿਆਂ ਤੇ ਪੈਂਦਾ। ਪਰ ਜਦੋਂ ਬੱਚਾ ਹੱਥੋਂ ਨਿਕਲ ਜਾਂਦਾ ਹੈ, ਵੱਡਾ ਹੋ ਕੇ ਨਸ਼ੇ ਲੱਗ ਜਾਂਦਾ ਕਰਨ, ਫਿਰ ਉਦੋਂ ਆਣ ਕੇ ਮਾਪੇ ਕਹਿੰਦੇ ਨੇ ਸਾਨੂੰ, ਬਾਬਾ ਜੀ ਅਰਦਾਸ ਕਰੋ, ਮੁੰਡਾ ਹੱਥੋਂ ਨਿਕਲ ਗਿਆ। ਪਰ ਯਾਦ ਰੱਖਿਓ, ਜਦੋਂ ਨਿਕਲ ਗਿਆ ਫਿਰ ਉਹ ਵਾਪਸ ਬੜੀ ਔਖਾ ਆਉਂਦਾ, ਕਿਉਂਕਿ ਉਹਦੀਆਂ ਆਦਤਾਂ ਵਿਗੜ ਜਾਂਦੀਆਂ ਨੇ। ਬੱਚੇ ਆਪੇ ਤੋਂ ਬਾਹਰੇ ਨਾ ਹੋਣ, ਸਿਆਣੇ ਬਣਨ, ਇਹਦੇ ਵਾਸਤੇ ਤੁਹਾਡਾ ਜੀਵਨ ਉੱਚਾ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਉਸ ਤਰ੍ਹਾਂ ਦੇ ਕੰਮ ਕਰੋ ਜਿਸ ਤਰ੍ਹਾਂ ਦੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਔਲਾਦ ਵੀ ਕਰੇ। ਤਾਂ ਸਾਧ ਸੰਗਤ, ਘਰ ਵਿੱਚ ਮਾਹੌਲ ਹੈ ਬਾਣੀ ਦਾ, ਬਾਣੀ ਪੜ੍ਹੀ ਜਾਂਦੀ ਹੈ, ਇਹਦਾ ਪ੍ਰਭਾਵ ਬੱਚਿਆਂ ਤੇ ਪਿਆ ਹੈ। ਇੱਕ ਦਿਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਗਤ ਨੇ ਪੁੱਛਿਆ, ਮਹਾਰਾਜ ਇੱਕ ਸਵਾਲ ਹੈ ਸਾਡੇ ਅੰਦਰ। ਮਹਾਰਾਜ ਨੇ ਆਖਿਆ, ਦੱਸੋ। ਕਹਿਣ ਲੱਗੇ, ਤੁਹਾਡੇ 2 ਪੁੱਤਰ ਨੇ, ਵੱਡੇ ਰਾਮ ਰਾਏ ਨੇ ਤੇ ਛੋਟੇ ਜਿਹੜੇ ਨੇ ਉਹ ਹਰਕ੍ਰਿਸ਼ਨ ਸਾਹਿਬ ਜੀ ਨੇ। ਦੋਵੇਂ ਬਹੁਤ ਸੋਹਣੀ ਬਾਣੀ ਪੜ੍ਹਦੇ ਨੇ। ਜਦੋਂ ਅਸੀਂ ਵੇਖਦੇ ਹਾਂ ਕਈ ਘੰਟੇ ਪੋਥੀਆਂ ਲੈ ਕੇ ਬੈਠੇ ਰਹਿੰਦੇ ਨੇ, ਬਾਣੀ ਪੜ੍ਹਦੇ ਨੇ, ਚੌਂਕੜਾ ਲਾਉਂਦੇ ਨੇ। ਮਹਾਰਾਜ, ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਹੈ ਗੁਰਤਾ ਗੱਦੀ ਦੇ ਲਾਇਕ? 2 ਹੀ ਤੁਹਾਡੇ ਪੁੱਤਰ ਨੇ ਔਰ ਦੋਵੇਂ ਹੀ ਬੜੇ ਨਿਮਰਤਾ ਵਾਲੇ ਨੇ, ਬਾਣੀ ਪੜ੍ਹਦੇ ਨੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤੇ ਬਾਬਾ ਰਾਮ ਰਾਏ ਜੀ ਨੂੰ ਬਾਣੀ ਪੜ੍ਹਦਿਆਂ ਵੇਖ ਕੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸੂਈ ਦਿੱਤੀ। ਇਹ ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ। ਹੁਣ ਤੇ ਅਸੀਂ ਗੱਲ ਚਲੋ ਚੱਲ ਪਈ, ਆਪਣੇ ਗ੍ਰੰਥਾਂ ਦੇ ਵਿਰੋਧੀ ਹੋਏ ਹਾਂ। ਦੁਨੀਆ ਦੀਆਂ ਕੌਮਾਂ ਲਿਖਾਰੀਆਂ ਨੂੰ ਪੈਸੇ ਦੇ ਦੇ ਕੇ ਗ੍ਰੰਥ ਲਿਖਾਉਂਦੀਆਂ ਨੇ ਆਪਣੇ, ਵੀ ਸਾਡੇ ਗ੍ਰੰਥ ਲਿਖੋ। ਸਾਡੇ ਕੋਲ ਹੈਣ, ਅਸੀਂ ਪੜ੍ਹਦੇ ਨਹੀਂ, ਵਿਰੋਧਤਾ ਕਰਦੇ ਹਾਂ। ਤੋ ਖੈਰ, ਇੱਕ ਸੂਈ ਵੱਡੀ ਜਿਹਨੂੰ ਅਸੀਂ ਤੰਗੂਈ ਕਹਿ ਦਿੰਦੇ ਹਾਂ ਪਿੰਡਾਂ ਵਿੱਚ, ਸੂਈ ਦਾ ਵੱਡਾ ਰੂਪ ਜਿਹਦੇ ਨਾਲ ਰਜਾਈਆਂ ਨੰਗੰਦੀਆਂ ਜਾਂਦੀਆਂ ਨੇ, ਉਹ ਦਿੱਤੀ। ਕਹਿਣ ਲੱਗੇ, ਆਹ ਲਓ। ਪੁੱਛਿਆ, ਮਹਾਰਾਜ ਕੀ ਕਰੀਏ? ਕਹਿਣ ਲੱਗੇ, ਜਿੰਨਾ ਪੀੜ੍ਹਿਆਂ ਤੇ ਬਹਿ ਕੇ ਬਾਣੀ ਪੜ੍ਹੀ ਜਾ ਰਹੀ ਹੈ, ਉਹ ਪੀੜ੍ਹੇ ਦੇ ਪਾਵੇ ਵਿੱਚ ਖੁੱਭ ਕੇ ਵੇਖੋ ਕਿਹਦੇ ਵਿੱਚ ਖੁੱਭਦੀ ਹੈ। ਸਾਧ ਸੰਗਤ, ਜਿੱਥੇ ਰਾਮ ਰਾਏ ਬੈਠੇ ਸਨ, ਜਦੋਂ ਉਹਦੇ ਪੀੜ੍ਹੇ ਵਿੱਚ ਖੁੱਭਿਆ ਜਾਵੇ ਤੰਗੂਈ ਨੂੰ, ਉਹ ਖੁੱਭੇ ਨਾ। ਪਰ ਉਹ ਸੂਈ ਜਦੋਂ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪੀੜ੍ਹੇ ਵਿੱਚ ਖੋਭੀ, ਉਹ ਇਸ ਤਰ੍ਹਾਂ ਉਹਦੇ ਵਿੱਚ ਜਾਵੇ ਜਿਵੇਂ ਰੂੰ ਦੇ ਵਿੱਚ ਧੱਸਦੀ ਹੈ। ਉਹਨਾਂ ਆਖਿਆ, ਮਹਾਰਾਜ ਇਹ ਫਰਕ ਕੀ ਹੈ? ਤੇ ਸਾਡੇ ਗ੍ਰੰਥਕਾਰਾਂ ਨੇ ਲਿਖਿਆ ਹੈ ਕਿ ਮਹਾਰਾਜ ਕਹਿਣ ਲੱਗੇ, ਜਿਸ ਪਾਵੇ ਮੈਂ ਸੰਚਰ ਜਾਏ, ਬਾਣੀ ਪੜ੍ਹਤ ਕਾਸ਼ਟ ਨਿਰਮਾਏ। ਕਹਿਣ ਲੱਗੇ, ਜਿਨ੍ਹਾਂ ਦੀ ਬਾਣੀ ਪੜ੍ਹਦਿਆਂ ਮਾਨੋ ਲੱਕੜ ਵੀ ਨਰਮ ਹੋ ਗਈ ਹੈ, ਮੋਮ ਦਾ ਰੂਪ ਧਾਰਨ ਕਰ ਰਹੀ ਹੈ। ਇਹ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਤੇ ਇਹੋ ਹੀ ਬੈਠਣਗੇ। ਸਾਧ ਸੰਗਤ, ਤੇ ਪਰਖ ਪ੍ਰੀਖਿਆ ਹੈ। ਖੈਰ, ਸਮਾਂ ਗੁਜ਼ਰਿਆ, ਆਪ ਸਾਰੇ ਜਾਣਦੇ ਹੋ, ਔਰੰਗਜ਼ੇਬ ਬਾਦਸ਼ਾਹ, ਜਿਹੜਾ ਕਿ ਬਹੁਤ ਤਵੱਸਬ ਨਾਲ ਭਰਿਆ ਹੋਇਆ ਕੱਟੜ ਹੈ ਮੁਸਲਮਾਨ, ਇਹਨੇ ਆਪਣੇ ਭਰਾ ਦਾ ਵਿਰੋਧ ਕੀਤਾ, ਦਾਰਾ ਸ਼ਿਕੋਹ ਦਾ। ਦਾਰਾ ਸ਼ਿਕੋਹ ਭੱਜਦਾ ਹੋਇਆ ਇੱਧਰ ਨੂੰ ਲੰਘਿਆ ਤੇ 7ਵੇਂ ਪਾਤਸ਼ਾਹ ਨੇ ਇਹਦੀ ਮਦਦ ਕੀਤੀ। ਇਹਨੇ ਬੜਾ ਜ਼ੋਰ ਲਾਇਆ ਕਿ ਮੈਂ ਮਿਲਾਂ, ਪਰ 7ਵੇਂ ਪਾਤਸ਼ਾਹ ਨੇ ਫਰਮਾਨ ਜਾਰੀ ਕੀਤਾ ਸੀ ਵੀ ਕਿ ਨਹਿ ਮਲੈਸ਼ ਕੋ ਦਰਸ਼ਨ ਦੇ ਹੈ। ਇਹ ਯਾਦ ਰੱਖਿਓ, 7ਵੇਂ ਪਾਤਸ਼ਾਹ ਨੇ ਲਿਖ ਭੇਜਿਆ ਸੀ
ਕਿ ਅਸੀਂ ਇਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਕਿਉਂਕਿ ਔਰੰਗਜ਼ੇਬ ਦੁਨੀਆ ਦਾ ਇੱਕ ਐਸਾ ਬਾਦਸ਼ਾਹ ਹੈ। ਵੈਸੇ ਤੇ ਬਹੁਤੇ ਬਾਦਸ਼ਾਹ ਇਹਦੇ ਵਰਗੇ ਹੀ ਨੇ, ਪਰ ਇਹ ਇੱਕ ਵੱਖਰੀ ਤਰਤੀਬ ਦਾ ਮਾਲਕ ਸੀ, ਵੱਖਰੀ ਸੋਚ ਦਾ ਮਾਲਕ ਸੀ। ਇਹਨੇ ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਕਤਲ ਕੀਤਾ, ਸ਼ਾਹਜਹਾਨ ਨੂੰ, ਆਪਣੇ ਭਰਾਵਾਂ ਦਾ ਕਤਲ ਕੀਤਾ, ਆਪਣੀ ਭੈਣ ਦਾ ਕਤਲ ਕੀਤਾ, ਆਪਣੀ ਧੀ ਦਾ ਕਤਲ ਕੀਤਾ। ਕਾਹਦੇ ਵਾਸਤੇ? ਤਖਤ ਤੇ ਬਹਿਣ ਵਾਸਤੇ, ਕਿ ਮੇਰਾ ਕੋਈ ਵਿਰੋਧੀ ਨਹੀਂ ਚਾਹੀਦਾ ਜਿਹੜਾ ਮੇਰਾ ਤਖਤ ਖੋ ਸਕੇ। ਇਸ ਕਰਕੇ ਮਹਾਰਾਜ ਕਹਿੰਦੇ ਸਨ, ਇਹਦੇ ਵਰਗਾ ਪਾਪੀ ਬੰਦਾ ਕੋਈ ਨਹੀਂ ਹੈ ਜਿਹਨੇ ਤਖਤ ਦੇ ਵਾਸਤੇ ਆਪਣੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਮਲੇਸ਼ ਹੈ। ਤਾਂ ਸਾਧ ਸੰਗਤ ਮਹਾਰਾਜ ਨੇ ਆਖਿਆ ਵੀ ਇਹਨੂੰ ਦਰਸ਼ਨ ਨਹੀਂ ਦੇਣੇ। ਸੰਗਤਾਂ ਨੇ ਬੇਨਤੀਆਂ ਕੀਤੀਆਂ, ਬਹੁਤ ਵਾਰੀ ਚਿੱਠੀਆਂ ਆਈਆਂ ਦਿੱਲੀ ਤੋਂ। ਆਖਰ ਸੰਗਤਾਂ ਨੇ ਇਕੱਠੇ ਹੋ ਕੇ ਆਖਿਆ, ਮਹਾਰਾਜ ਉਹ ਬਾਦਸ਼ਾਹ ਹੈ, ਅੱਗੇ ਵੀ ਇੱਕ ਵਾਰ ਸਾਡੀ ਟੱਕਰ ਹੋਈ ਹੈ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋ ਗਈ। ਉਹ ਬਾਰ-ਬਾਰ ਮਿਲਣਾ ਚਾਹੁੰਦਾ, ਗੱਲ ਕਰਨਾ ਚਾਹੁੰਦਾ, ਇੱਕ ਵਾਰੀ ਗੱਲ ਤੇ ਕੀਤੀ ਜਾਵੇ। ਸਲਾਹ ਬਾਤ ਕਰਕੇ ਮਹਾਰਾਜ ਨੇ ਆਖਿਆ, ਅਸੀਂ ਨਹੀਂ ਜਾਣਾ, ਪਰ ਜੇ ਉਹਨੇ ਕੋਈ ਗੱਲ ਕਰਨੀ ਅਸੀਂ ਆਪਣੇ ਪੁੱਤਰ ਨੂੰ ਭੇਜਾਂਗੇ। ਸਾਧ ਸੰਗਤ, ਵੱਡੇ ਬੇਟੇ ਬਾਬਾ ਰਾਮ ਰਾਏ ਨੂੰ ਕੋਲ ਸੱਦਿਆ ਗਿਆ। ਕੋਲ ਸੱਦ ਕੇ ਸਾਰੀ ਗੱਲ ਸਮਝਾਈ ਗਈ। ਯਾਦ ਰੱਖਣਾ, ਬਹੁਤ ਸਿਆਣੇ ਨੇ ਬਾਬਾ ਰਾਮ ਰਾਏ ਜੀ, 11-12 ਸਾਲ ਦੀ ਉਮਰ ਹੈ, ਬਹੁਤ ਵਿਦਿਆਵਾਨ ਨੇ, ਚਤਰ ਨੇ, ਸਿਆਣੇ ਨੇ। ਕੋਲ ਸੱਦਿਆ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ। ਕਹਿਣ ਲੱਗੇ, ਰਾਮ ਰਾਏ ਜੀ ਤੁਸੀਂ ਦਿੱਲੀ ਜਾਣਾ ਹੈ, ਬਾਦਸ਼ਾਹ ਨੇ ਸੱਦਿਆ, ਕੋਈ ਗੱਲਬਾਤ ਕਰਨੀ ਹੈ, ਜਾ ਕੇ ਉਹਦੀ ਗੱਲਾਂ ਦਾ ਜਵਾਬ ਦੇਣਾ। ਬਾਬਾ ਰਾਮ ਰਾਏ ਨੇ ਆਖਿਆ, ਮਹਾਰਾਜ ਉਹ ਬਾਦਸ਼ਾਹ ਹੈ, ਬੜਾ ਚਲਾਕ ਹੈ, ਕੋਈ ਖਾਸ ਹਦਾਇਤਾਂ ਮੇਰੇ ਲਈ? ਤਾਂ ਸਾਧ ਸੰਗਤ, ਅੱਛਾ, ਮਹਾਰਾਜ ਦੇ ਸਰੂਪ ਆ ਰਹੇ ਨੇ। ਸਾਧ ਸੰਗਤ ਸਾਵਧਾਨ ਹੋਈਏ, ਸਾਰੇ ਜਾਪ ਕਰੀਏ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਹਾਂਜੀ ਸਾਧ ਸੰਗਤ ਬੈਠ ਜਾਓ ਸਾਰੇ। ਪਿਆਰ ਨਾਲ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਹਨੇ ਆਖਿਆ ਮਹਾਰਾਜ ਵੀ ਉਹ ਬੜਾ ਸ਼ੈਤਾਨ ਹੈ, ਬੜਾ ਚਾਤਰ ਹੈ, ਇੰਨੇ ਸੁਨੇਹੇ ਭੇਜੇ ਨੇ ਉਹਨੇ ਇਸੇ ਕਰਕੇ ਵੀ ਉਹ ਕੋਈ ਨਾ ਕੋਈ ਗੱਲਬਾਤ ਕਰਨੀ ਚਾਹੁੰਦਾ ਸਾਡੇ ਨਾਲ। ਮਹਾਰਾਜ ਨੇ ਆਖਿਆ ਬਿਲਕੁਲ, ਉਹ ਬਹੁਤ ਸ਼ਰਾਰਤੀ, ਬੜਾ ਚਲਾਕ ਬੰਦਾ ਹੈ। ਮਹਾਰਾਜ ਮੇਰੇ ਲਈ ਕੋਈ ਖਾਸ ਹਦਾਇਤ? ਸਤਿਗੁਰੂ ਕਹਿਣ ਲੱਗੇ, ਪਹਿਲੀ ਗੱਲ, ਡਰਨ ਦੀ ਲੋੜ ਨਹੀਂ, ਡਰ ਕੇਵਲ ਰੱਬ ਦਾ ਰੱਖਣਾ। ਦੂਸਰਾ, ਕਿਸੇ ਲਾਲਚ ਵਿੱਚ ਨਹੀਂ ਆਉਣਾ। ਮਹਾਰਾਜ ਕਹਿਣ ਲੱਗੇ, ਇਹੋ ਹੀ ਸਭ ਤੋਂ ਵੱਡੀ ਕਰਨੀ ਹੈ। ਬੰਦਾ ਆਪਣੇ ਅਸੂਲ ਤੋਂ ਉਦੋਂ ਡਿੱਗਦਾ ਜਾਂ ਤੇ ਉਹਦੇ ਅੰਦਰ ਲਾਲਚ ਆ ਜਾਵੇ ਜਾਂ ਕਿਸੇ ਕੋਲ ਡਰ ਜਾਵੇ। ਇਹ ਯਾਦ ਰੱਖਿਓ ਨੁਕਤਾ, ਦੋ ਗੱਲਾਂ। ਬੰਦਾ ਆਪਣੇ ਅਸੂਲ ਤੋਂ ਉਸ ਦਿਨ ਡਿੱਗ ਜਾਂਦਾ ਹੈ ਜਿੱਦਣ ਜਾਂ ਤੇ ਉਹ ਕਿਸੇ ਕੋਲ ਡਰ ਗਿਆ ਤਾਂ, ਜਾਂ ਫਿਰ ਕਿਸੇ ਲਾਲਚ ਵਿੱਚ ਆ ਗਿਆ ਤਾਂ।
ਜੇ ਕੋਈ ਬੰਦਾ ਆਪਣੇ ਅਸੂਲ ਤੋਂ ਡਿੱਗਾ, ਉਹਦੇ ਪਿੱਛੇ ਦੋ ਹੀ ਗੱਲਾਂ ਨੇ, ਹੋਰ ਤੀਸਰੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਡਰਨ ਦੀ ਲੋੜ ਨਹੀਂ, ਕਿਉਂਕਿ ਡਰਨਾ ਕੇਵਲ ਰੱਬ ਦੇ ਕੋਲੋਂ ਚਾਹੀਦਾ। ਸਾਰਿਆਂ ਦਾ ਮਾਲਕ ਉਹ ਹੈ। ਲਾਲਚ ਦੀ ਲੋੜ ਨਹੀਂ ਤੈਨੂੰ, ਕਿਸੇ ਲਾਲਚ ਵਸ ਆਉਣ ਦਾ ਮਤਲਬ ਹੀ ਕੋਈ ਨਹੀਂ, ਕਿਉਂਕਿ ਸਾਰੇ ਪਦਾਰਥ ਸਾਡੇ ਘਰ ਪਏ ਹੋਏ ਨੇ। ਸਾਧ ਸੰਗਤ ਕੋਲੋਂ ਇੱਕ ਰੁਮਾਲ ਦਿੱਤਾ, ਕਹਿਣ ਲੱਗੇ ਕੋਲ ਰੱਖਣਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਰੱਖਣਾ। ਸਾਧ ਸੰਗਤ ਕੁਝ ਨਾਲ ਪਤਵੰਤੇ ਗੁਰਸਿੱਖ ਨਾਲ ਭੇਜੇ। ਇਹ ਦਿੱਲੀ ਗਏ। ਦਿੱਲੀ ਜਾ ਕੇ ਬਾਦਸ਼ਾਹ ਨੂੰ ਸੁਨੇਹਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਪਣੇ ਪੁੱਤਰ ਨੂੰ ਭੇਜਿਆ। ਸਾਧ ਸੰਗਤ ਮਿੱਥੇ ਸਮੇਂ ਤੇ ਦਰਬਾਰ ਲਾਇਆ ਗਿਆ ਔਰ ਬਾਬਾ ਰਾਮ ਰਾਏ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸੁਪੁੱਤਰ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੱਡੇ ਭਰਾਤਾ ਇਹ ਦਰਬਾਰ ਵਿੱਚ ਹਾਜ਼ਰ ਹੋਏ। ਗੱਲਾਂ ਬਾਤਾਂ ਹੋਈਆਂ। ਬੜੇ ਸਿਆਣੇ ਸਨ, ਬੜੇ ਸੂਝਵਾਨ ਸਨ, ਹਰ ਗੱਲ ਦਾ ਜਵਾਬ ਦਿੰਦੇ ਰਹੇ। ਬਾਦਸ਼ਾਹ ਔਰੰਗਜ਼ੇਬ ਕਰਾਮਾਤ ਵੇਖਣ ਦਾ ਬੜਾ ਸ਼ੌਕੀਨ ਸੀ। ਆਪ ਨੂੰ ਪਤਾ ਹੋਵੇਗਾ ਉਹਨੇ ਕਈ ਫਕੀਰਾਂ ਨੂੰ ਬੇਇੱਜ਼ਤ ਕੀਤਾ ਸੀ, ਕਈ ਫਕੀਰਾਂ ਦੇ ਕੱਪੜੇ ਲਾ ਦਿੱਤੇ ਸਨ, ਕਈਆਂ ਨੂੰ ਜੇਲ੍ਹਾਂ ਵਿੱਚ ਪਾਇਆ ਸੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਅਸੀਂ ਬੜੇ ਮਹਾਨ ਹਾਂ। ਤੇ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ ਵੀ ਜੇ ਮਹਾਨ ਹੋ ਤਾਂ ਮੈਨੂੰ ਕਰਾਮਾਤ ਵਿਖਾਓ, ਇਹ ਤੋਂ ਘੱਟ ਨਹੀਂ। ਪਰ ਉਹ ਵਿਖਾ ਨਾ ਸਕੇ, ਉਹਨਾਂ ਦੀ ਬੇਇੱਜ਼ਤੀ ਕੀਤੀ ਇਹਨੇ। ਜਦੋਂ ਬਾਬਾ ਰਾਮ ਰਾਏ ਜੀ ਆਏ ਤੇ ਸਾਧ ਸੰਗਤ ਸਾਡੇ ਇਤਿਹਾਸ ਨੇ ਆਖਿਆ ਕਿ 72 ਕਰਾਮਾਤਾਂ ਜਿਹੜੀਆਂ ਨੇ ਉਹ ਬਾਬਾ ਰਾਮ ਰਾਏ ਜੀ ਨੇ ਵਿਖਾਈਆਂ। ਇੱਥੋਂ ਤੱਕ ਕਿ ਇੱਕ ਦਿਨ ਪਰਖਣ ਵਾਸਤੇ ਕਿੰਨੀ ਕਰਾਮਾਤ ਹੈ, ਇੱਕ ਖੂਹ ਦੇ ਉੱਤੇ ਵਿਛਾਉਣਾ ਕਰ ਦਿੱਤਾ, ਚਾਦਰ ਪਾ ਦਿੱਤੀ ਵੀ ਜਦੋਂ ਪੈਰ ਧਰਨਗੇ ਖੂਹ ਦੇ ਵਿੱਚ ਡਿੱਗ ਪੈਣਗੇ। ਪਰ ਜਦੋਂ ਬਾਬਾ ਰਾਮ ਰਾਏ ਜੀ ਜਾ ਕੇ ਚਾਦਰ ਤੇ ਬਹਿ ਗਏ, ਕਹਿਣ ਲੱਗੇ ਚਾਦਰ ਇਸ ਤਰ੍ਹਾਂ ਸਥਿਰ ਸੀ ਜਿਵੇਂ ਕਿਸੇ ਮੰਜੇ ਤੇ ਵਿਛੀ ਹੋਏ। ਜਦੋਂ ਕਰਾਮਾਤਾਂ ਵਿਖਾਈਆਂ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਵੀ ਬੜੇ ਕਰਾਮਾਤੀ ਨੇ। ਸਾਧ ਸੰਗਤ ਮੌਲਵੀ ਮੌਲਾਣੇ ਬੈਠੇ ਸਨ, ਉਹਨਾਂ ਕਈ ਤਰ੍ਹਾਂ ਦੇ ਸਵਾਲ ਕੀਤੇ। ਉਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਆਇਆ ਕਿ ਸਾਨੂੰ ਪਤਾ ਲੱਗਾ ਕਿ ਤੁਹਾਡੇ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਆਸਾ ਦੀ ਵਾਰ ਵਿੱਚ ਪੰਕਤੀ ਲਿਖੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਕਿ ਜਿਹੜੀ ਮਿੱਟੀ ਵਿੱਚ ਮੁਸਲਮਾਨ ਦੱਬਿਆ ਜਾਂਦਾ ਹੈ, ਉਸੇ ਮਿੱਟੀ ਨੂੰ ਇੱਕ ਵਕਤ ਘੁਮਿਆਰ ਪੁੱਟ ਕੇ ਉਹਦੇ ਭਾਂਡੇ ਬਣਾਉਂਦਾ, ਇੱਟਾਂ ਬਣਾਉਂਦਾ। ਫਿਰ ਉਹ ਇੱਟਾਂ ਤੇ ਭਾਂਡੇ ਆਵੇ ਤੇ ਚੜ੍ਹਦੇ ਨੇ ਤੇ ਉਹ ਜਦੋਂ ਬਲਦੀ ਹੈ ਤੇ ਤੁਹਾਡੀਆਂ ਰੂਹਾਂ ਕਰਲਾ ਉੱਠਦੀਆਂ ਨੇ। ਕਿਉਂਕਿ ਯਾਦ ਰੱਖਿਓ ਇਸਲਾਮ ਦੇ ਵਿੱਚ ਸਾੜਨਾ ਫੂਕਣਾ ਮਨਾ ਹੈ। ਉਹਨਾਂ ਦਾ ਮੰਨਣਾ ਹੈ ਕਿ ਮੁਰਦੇ ਨੂੰ ਜਦੋਂ ਦਫਨ ਕੀਤਾ ਜਾਂਦਾ, ਇੱਕ ਦਿਨ ਐਸਾ ਆਵੇਗਾ, ਕਿਆਮਤ ਵਾਲਾ ਦਿਨ ਹੋਵੇਗਾ, ਜਿੱਦਣ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਨੂੰ ਜੀਂਦੇ ਕਰ ਲੈਣਗੇ। ਪਰ ਸਿੱਖ ਧਰਮ ਨੇ ਇਹਨੂੰ ਮੰਨਿਆ ਨਹੀਂ। ਮਹਾਰਾਜ ਕਹਿਣ ਲੱਗੇ ਗਲਤ ਗੱਲ ਹੈ। ਉਹਨਾਂ ਦੇ ਇਸ ਮਰਿਆਦਾ ਤੇ ਮਹਾਰਾਜ ਨੇ ਚੋਟ ਮਾਰੀ ਸੀ ਵੀ ਯਾਦ ਰੱਖੋ ਜਿੱਦਣ ਉਸੇ ਮਿੱਟੀ ਨੂੰ ਪੁੱਟ ਕੇ ਮੁਸਲਮਾਨ ਦੀ ਜਿੱਥੇ ਕਬਰ ਹੈ ਉੱਥੋਂ ਘੁਮਿਆਰ ਮਿੱਟੀ ਪੁੱਟ ਲਿਆਉਂਦਾ, ਭਾਂਡੇ ਬਣਾਉਂਦਾ, ਜਦੋਂ ਆਵਾ ਚੜ੍ਹਦਾ ਫਿਰ ਕੀ ਉਹ ਤੁਹਾਡੀਆਂ ਰੂਹਾਂ ਕਰ ਲਾਉਂਦੀਆਂ ਨਹੀਂ ਹੋਣਗੀਆਂ ਵੀ ਸਾਡਾ ਸਰੀਰ ਸੜ ਗਿਆ। ਜਦੋਂ ਇਹ ਗੱਲ ਰਾਮ ਰਾਏ ਨੇ ਸੁਣੀ, ਸਾਧ ਸੰਗਤ ਮਨ ਵਿੱਚ ਭੈ ਖਾ ਗਿਆ ਵੀ ਮਣਾ ਇੰਨੇ ਦਿਨਾਂ ਦੀ ਮੈਂ ਸਾਰੀਆਂ ਕਰਾਮਾਤਾਂ ਵਿਖਾਈਆਂ, ਗੱਲਬਾਤ ਦੇ ਨਾਲ ਬਾਦਸ਼ਾਹ ਦਾ ਦਿਲ ਜਿੱਤ ਲਿਆ, ਹੁਣ ਨਿੱਕੀ ਜੀ ਤੇ ਗੱਲ ਹੈ, ਜੇ ਮੈਂ ਇਸ ਤਰ੍ਹਾਂ ਹੀ ਮੰਨ ਗਿਆ ਹੋ ਸਕਦਾ ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੋਵੇ, ਮੈਨੂੰ ਕੋਈ ਸਜ਼ਾ ਹੀ ਨਾ ਦੇ ਦੇਵੇ ਜਾਂ ਗੁਰੂ ਘਰ ਨਾਲ ਵਿਰੋਧਤਾ ਨਾ ਪੈਦਾ ਹੋ ਜਾਵੇ। ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕਰਕੇ ਕਹਿਣ ਲੱਗਾ ਨਹੀਂ ਬਾਦਸ਼ਾਹ, ਅਸਲ ਵਿੱਚ ਸਿੱਖ ਗਲਤ ਪੜ੍ਹ ਜਾਂਦੇ ਨੇ, ਉੱਥੇ ਮੁਸਲਮਾਨ ਨਹੀਂ ਲਿਖਿਆ ਹੋਇਆ, ਅਸਲੀ ਪੰਕਤੀ ਹੈ ਮਿੱਟੀ ਬੇਈਮਾਨ ਕੀ। ਸਾਧ ਸੰਗਤ ਜੋ ਚਰਚਾ ਦਿਨ ਵਿੱਚ ਹੁੰਦੀ ਸੀ ਉਹ ਸਾਰੀ ਦੀ ਸਾਰੀ ਚਰਚਾ ਦਾ ਵੇਰਵਾ ਸਿੱਖ ਜਿਹੜੇ ਸਨ ਨਾਲ ਕੀਰਤਪੁਰ ਸਾਹਿਬ ਭੇਜਿਆ ਕਰਦੇ ਸਨ। ਨਾਲ ਗਏ ਹੋਏ ਜਿਹੜੇ ਪਤਵੰਤੇ 5 ਸਿੱਖ ਸਨ ਉਹ ਇਸੇ ਕਰਕੇ ਨਾਲ ਸਨ ਕਿ ਜਿਹੜੀ ਗੱਲ ਬਾਦਸ਼ਾਹ ਨੇ ਪੁੱਛਣੀ ਉਹਦਾ ਜਵਾਬ ਦੇਣਾ, ਤੇ ਰੋਜ਼ ਦੇ ਰੋਜ਼ ਉੱਥੋਂ ਸਿੱਖਾਂ ਨੇ ਸੁਨੇਹਾ ਕੀਰਤਪੁਰ ਸਾਹਿਬ ਭੇਜਣਾ ਵੀ ਅੱਜ ਆਹ ਗੱਲਾਂ ਹੋਈਆਂ, ਅੱਜ ਆਹ ਗੱਲਾਂ ਹੋਈਆਂ। ਜਿਸ ਦਿਨ ਗੁਰਬਾਣੀ ਦੀ ਪੰਕਤੀ ਬਦਲਣ ਦੀ ਗੱਲ ਚੱਲੀ
ਉਸ ਦਿਨ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਬੜਾ ਗੁੱਸਾ ਕੀਤਾ। ਕਹਿਣ ਲੱਗੇ ਇਸ ਨੇ ਕੀ ਕੰਮ ਕੀਤਾ ਹੈ, ਇਹਨੂੰ ਕੀ ਹੱਕ ਹੈ ਕਿ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਲਿਖੀ ਹੋਈ ਬਾਣੀ ਨੂੰ ਬਦਲ ਸਕੇ। ਮੈਂ ਆਪ ਨੂੰ ਅਰਜ਼ ਕਰਾਂ, ਇਹ ਯਾਦ ਰੱਖੋ, ਤੁਸੀਂ ਆਪ ਕਵਿਤਾ ਲਿਖ ਸਕਦੇ ਹੋ, ਗਾ ਸਕਦੇ ਹੋ, ਮਨਾਹੀ ਨਹੀਂ, ਪਰ ਕਿਸੇ ਵੀ ਸੰਸਾਰ ਦੇ ਭਾਵੇਂ ਜਿੱਡਾ ਮਰਜ਼ੀ ਰੁਤਬੇ ਤੇ ਬੈਠਾ ਸਿੱਖ ਹੈ, ਉਹਦੇ ਕੋਲੇ ਸਮਰੱਥਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਵੀ ਇੱਕ ਲਗ ਮਾਤਰ ਨੂੰ ਵੱਧ ਘੱਟ ਕਰ ਸਕੇ। ਇਹ ਚੇਤਾ ਰੱਖਿਓ, ਕੋਈ ਨਾ ਤੇ ਅੱਜ ਤੱਕ ਗੁਸਤਾਖੀ ਕਰ ਸਕਿਆ, ਨਾ ਕਰੇਗਾ। ਇੱਕ ਨੇ ਪਿੱਛੇ ਕੀਤੀ ਸੀ, ਉਹਨੂੰ ਪੰਥ ਚੋਂ ਕੱਢਿਆ ਗਿਆ ਵੀ ਇਹ ਅਧਿਕਾਰ ਨਹੀਂ ਕਿ ਕੋਈ ਬੰਦਾ ਉੱਠ ਕੇ ਆਖੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਪੰਕਤੀ ਵਿੱਚੋਂ ਮਾਤਰਾ ਵੱਧ ਘੱਟ ਕਰ ਦਿਆਂ। ਅੱਖਰ ਦੀ ਤੇ ਗੱਲ ਬੜੀ ਦੂਰ ਦੀ ਹੈ। ਇਸੇ ਕਰਕੇ ਮਰਿਆਦਾ ਵਿੱਚ ਲਿਖਿਆ ਹੈ ਕਿ ਤੁਸੀਂ ਕੀਰਤਨ ਰਾਗ ਵਿੱਚ ਕਰੋ, ਰੀਤ ਵਿੱਚ ਕਰੋ, ਭਾਵੇਂ ਜੋਟੀਆਂ ਬਣਾ ਕੇ ਕਰੋ, ਪਰ ਕਿਸੇ ਕੋਲ ਅਧਿਕਾਰ ਨਹੀਂ ਕਿ ਗੁਰਬਾਣੀ ਦੀ ਪੰਕਤੀ ਨੂੰ ਤੋੜ ਮਰੋੜ ਕੇ ਪੇਸ਼ ਕਰੋ। ਗੁਰਮੁਖ ਪਿਆਰੇ ਬੈਠੇ ਨੇ, ਸੰਥਿਆ ਕੀਤੀ ਹੈ, ਸੰਥਿਆ ਕਰਵਾ ਵੀ ਰਹੇ ਨੇ। ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਉਦੋਂ ਕਿਹਾ ਜਾਂਦਾ ਵੀ ਇੱਕ ਕਾਪੀ ਤੇ ਇੱਕ ਪੈਨਸਲ ਕੋਲ ਰੱਖੋ। ਜੇ ਪੁੱਛੀਏ ਜੀ ਕਿਉਂ, ਉਹਨਾਂ ਕਹਿਣਾ ਵੀ ਜਿਹੜੇ ਅੱਖਰ ਨੂੰ ਬੋਲਣ ਦਾ ਪਤਾ ਨਹੀਂ ਲੱਗਦਾ ਉਹ ਲਿਖ ਲਓ ਕਾਪੀ ਤੇ ਜੇ ਕਹਿਣਾ ਜੇ ਅਸੀਂ ਪੋਥੀ ਤੇ ਅੰਡਰਲਾਈਨ ਕਰ ਲਈਏ, ਕਹਿਣਾ ਨਾ, ਇਹ ਅਧਿਕਾਰ ਨਹੀਂ ਕਿਸੇ ਨੂੰ। ਅੱਜ ਪੋਥੀ ਤੁਹਾਡੇ ਕੋਲ ਹੈ, ਕੱਲ ਨੂੰ ਇਹ ਪੋਥੀ ਕਿਸੇ ਦੂਸਰੇ ਕੋਲ ਜਾਣੀ ਹੈ। ਤੁਸੀਂ ਕੁਝ ਇਹ 'ਤੇ ਅੰਡਰਲਾਈਨ ਕਰਕੇ ਲਿਖ ਦਓਗੇ, ਦੂਜੇ ਕੋਲ ਜਾਵੇਗੀ, ਉਹ ਦੁਬਦਾ ਖੜੀ ਕਰ ਦੇਵੇਗੀ ਵੀ ਇਹ ਕੀ ਲਿਖਿਆ ਸੀ ਇੱਥੇ। ਇਸ ਕਰਕੇ ਜਦੋਂ ਵੀ ਬਾਣੀ ਪੜ੍ਹੋ, ਅੱਜ ਵੀ ਤੁਸੀਂ ਵੇਖੋ ਬੱਚਿਆਂ ਨੂੰ ਸੰਥਿਆ ਕਰਾਈਏ ਤੇ ਆਖੀ ਦਾ ਗੁਟਕੇ ਤੇ ਕੋਈ ਲਗ ਮਾਤਰ ਨਹੀਂ ਛੇੜਨੀ। ਤੁਸੀਂ ਆਪਣੀ ਵੱਖਰੀ ਕਾਪੀ ਲਾਓ, ਉਹਦੇ ਤੇ ਲਿਖੋ ਕਿ ਇਸ ਅੱਖਰ ਨੂੰ ਕਿਵੇਂ ਬੋਲਿਆ ਜਾਣਾ ਹੈ, ਇਹਦਾ ਵਿਸ਼ਰਾਮ ਕਿੱਥੇ ਲਾਇਆ ਜਾਣਾ ਹੈ, ਇਹ ਸਾਰਾ ਵੱਖਰਾ ਕਰਾਇਆ ਜਾਂਦਾ ਹੈ। ਤੋ ਕਹਿਣ ਦਾ ਭਾਵ ਮੇਰਾ ਇੰਨਾ ਕੈਸਾ ਸੰਗਤ ਕਿ ਕਿਸੇ ਕੋਲ ਇਹ ਅਧਿਕਾਰ ਨਹੀਂ ਤੇ ਨਾ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਵੱਧ ਘੱਟ ਲਿਖ ਸਕੇ। ਆਪ ਨੂੰ ਪਤਾ ਹੋਵੇਗਾ ਜਿਸ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਲਾਹੌਰ ਵਿੱਚ ਤਸੀਹੇ ਦਿੱਤੇ ਜਾ ਰਹੇ ਸਨ ਤੇ ਇੱਕ ਆਪਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ, ਤੁਹਾਨੂੰ ਛੱਡ ਦਿੱਤਾ ਜਾਵੇਗਾ। ਗੁਰੂ ਅਰਜਨ ਸਾਹਿਬ ਚਾਹੁੰਦੇ, ਉਹ ਗੁਰੂ ਸਨ ਤੇ ਕਰ ਸਕਦੇ ਸਨ, ਪਰ ਉਹਨਾਂ ਆਖਿਆ ਨਹੀਂ। ਉਹਨਾਂ ਆਖਿਆ ਜੀ ਇਹ ਤੁਹਾਡੀ ਬਾਣੀ ਹੈ। ਮਹਾਰਾਜ ਕਹਿੰਦੇ ਲਿਖੀ ਅਸੀਂ ਜ਼ਰੂਰ ਹੈ, ਪਰ ਬਾਣੀ ਸਾਡੀ ਨਹੀਂ, ਬਾਣੀ ਤੇ ਧੁਰਕੀ ਹੈ। ਇਹਦੇ ਵਿੱਚ ਕਿਸੇ ਵੀ ਬੰਦੇ ਦੀ ਸਿਫਤ ਨਹੀਂ ਲਿਖੀ ਜਾ ਸਕਦੀ, ਕਿਸੇ ਦੇਵੀ ਦੇਵਤੇ ਦੀ ਸਿਫਤ ਨਹੀਂ ਲਿਖੀ ਜਾ ਸਕਦੀ, ਕੇਵਲ ਤੇ ਕੇਵਲ ਇੱਕ ਰੱਬ ਦੀ ਸਿਫਤ ਲਿਖੀ ਜਾ ਸਕਦੀ ਹੈ। ਇਸੇ ਕਰਕੇ ਦੀ ਸ਼ੁਰੂਆਤ ਹੀ ਏਕ ਓਂਕਾਰ ਤੋਂ ਸ਼ੁਰੂ ਹੋਈ ਹੈ। ਜੇ ਉਹ ਚਾਹੁੰਦੇ ਤੇ ਜਿਹੜੇ 4 ਭਗਤ ਆਏ ਸਨ, ਕਾਨਾ, ਛੱਜੂ, ਪੀਲੂ, ਸ਼ਾਹ ਹੁਸੈਨ, ਉਹਨਾਂ ਵੀ ਇਹੋ ਆਖਿਆ ਸੀ ਮਹਾਰਾਜ ਸਾਡੀ ਬਾਣੀ ਦਰਜ ਕਰੋ। ਮਹਾਰਾਜ ਕਹਿਣ ਲੱਗੇ ਤੁਹਾਡੀ ਬਾਣੀ ਦਰਜ ਕਰਨ ਦੇ ਲਾਇਕ ਨਹੀਂ ਹੈ, ਨਹੀਂ ਦਰਜ ਹੋ ਸਕਦੀ। ਤੇ ਇੱਕ ਸ਼ਬਦ ਵੀ ਕੋਈ ਕਿਵੇਂ ਬਦਲ ਸਕਦਾ? ਸਾਧ ਸੰਗਤ, ਮਹਾਰਾਜ ਨੇ ਆਖਿਆ ਇਹਨੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਮਹਾਰਾਜ ਨੇ ਇਹ ਜਵਾਬ ਲਿਖਿਆ, ਕਹਿਣ ਲੱਗੇ ਇਹਨੇ ਪੰਕਤੀ ਬਦਲ ਕੇ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਸਜ਼ਾ ਕਿੱਡੀ ਵੱਡੀ। ਆਖਿਆ ਇਹਨੂੰ ਕਹੋ ਸਾਡੇ ਮੱਥੇ ਨਾ ਲੱਗੇ। ਮੈਂ ਜਦੋਂ ਇਤਿਹਾਸ ਦਾ ਪੱਤਰਾ ਕਹਿਣਾ ਹੁੰਨਾ, ਅੱਜ ਅਸੀਂ ਬਹੁਤ ਦੂਰ ਹਾਂ। ਗੁਰੂ ਹੋਵੇ ਜਿਹੜਾ ਬਖਸ਼ਣਹਾਰ ਹੈ, ਆਪਣੇ ਸੱਕੇ ਪੁੱਤਰ ਨੂੰ ਬਖਸ਼ ਸਕਦਾ, ਪਰ ਗੁਰੂ ਇੰਨਾ ਦ੍ਰਿੜ ਹੈ ਬਾਣੀ ਦੇ ਪ੍ਰਤੀ, ਉਹ ਕਹਿੰਦਾ ਭਾਵੇਂ ਮੇਰਾ ਆਪਣਾ ਸਕਾ ਵੀ ਹੈ, ਨਹੀਂ ਬਖਸ਼ਿਆ ਜਾ ਸਕਦਾ। ਬਾਣੀ ਦਾ ਸਤਿਕਾਰ ਇੰਨਾ ਕੀਤਾ ਮਹਾਰਾਜ ਨੇ, ਤੇ ਅਸੀਂ ਸਾਧ ਸੰਗਤ ਲਗਭਗ ਸਾਰੇ ਬੇਅਦਬੀ ਕਰਦੇ ਹਾਂ। ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਹਰ ਘਰ ਵਿੱਚ ਇਹ ਬੇਅਦਬੀ ਹੋ ਰਹੀ ਹੈ। ਮੈਂ ਇੱਕ ਉਦਾਹਰਣ ਦੇਣਾ ਹੁੰਨਾ। ਮੰਨ ਲਓ ਮੈਂ ਤੁਹਾਨੂੰ ਕਿਸੇ ਪਰਿਵਾਰ ਨੂੰ ਕਹਾਂ ਵੀ ਸਾਡੇ ਘਰ ਆਇਓ ਜੀ, ਅਸੀਂ ਤੁਹਾਡਾ ਪ੍ਰਸ਼ਾਦਾ ਕਰਨਾ। ਤੁਸੀਂ ਕਹਿਤਾ ਜੀ ਆਵਾਂਗੇ ਗਿਆਨੀ ਜੀ। ਤੁਸੀਂ ਘਰ ਆਓ, ਮੈਂ ਤੁਹਾਨੂੰ ਬਿਠਾ ਕੇ ਆਖਾਂ ਤੁਸੀਂ ਬੈਠੋ, ਆਹ ਤੁਹਾਡਾ ਪ੍ਰਸ਼ਾਦਾ ਪਾਣੀ ਮੈਂ ਪਕਾ ਰੱਖਿਆ ਤੇ ਮੈਂ ਕੰਮ ਤੇ ਚੱਲਾਂ, ਕੀ ਇਹ ਤੁਹਾਡੀ ਬੇਅਦਬੀ ਨਹੀਂ ਹੋਏਗੀ? ਤੁਸੀਂ ਆਖੋਗੇ ਗਿਆਨੀ ਜੀ ਰੋਟੀ ਅਸੀਂ ਆਪਣੇ ਘਰ ਵੀ ਖਾਂਦੇ ਹਾਂ, ਰੋਜ਼ ਹੀ ਖਾ ਕੇ ਰਹਿੰਦੇ ਹਾਂ, ਤੁਸੀਂ ਸਾਨੂੰ ਘਰ ਸੱਦ ਕੇ ਆਪ ਘਰੋਂ ਬਾਹਰ ਚੱਲ ਚੱਲੇ ਹੋ ਤੇ ਰੋਟੀਆਂ ਸਾਡੇ ਅੱਗੇ ਧਰ ਚੱਲਿਓ, ਅਸੀਂ ਰੋਟੀ ਦੇ ਭੁੱਖੇ ਸੀ? ਅਸੀਂ ਤੇ ਤੁਹਾਡੇ ਕੋਲ ਬਹਿਣ ਆਏ ਹਾਂ, ਤੁਹਾਡੇ ਨਾਲ ਗੱਲ ਕਰਨ ਆਏ ਹਾਂ, ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਆਏ ਹਾਂ, ਕੋਈ ਦੁੱਖ ਸੁੱਖ ਸਾਂਝਾ ਕਰਾਂਗੇ। ਤੇ ਜੇ ਰੋਟੀਆਂ ਦੀ ਗੱਲ ਸੀ, ਰੋਟੀ ਤੇ ਆਪਣੇ ਘਰ ਵੀ ਸਾਡੇ ਹੈਗੀ ਸੀ।
ਹੁਣ ਖਿਆਲ ਕਰੋ, ਇਹ ਸਾਡੇ ਘਰਾਂ ਸਾਰਿਆਂ 'ਚ ਵਾਪਰਦਾ ਹੈ ਕਿ ਇੱਧਰ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਹੈ, 5 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹੀਆਂ ਗਈਆਂ, ਹੱਥਾਂ ਤੇ ਪ੍ਰਸ਼ਾਦ ਆਇਆ, ਸਾਰੇ ਹੀ ਆਪਣੇ ਕਾਰੋਬਾਰ ਤੇ ਚਲੇ ਜਾਂਦੇ ਨੇ। ਭਾਈ ਕਿਵੇਂ ਕਰਦੇ ਨੇ ਪਾਠ? ਫਿਰ ਭਾਈਆਂ ਨੂੰ ਧਮਕਾਇਆ ਜਾਂਦਾ, ਭਾਈ ਜੀ ਜੇ ਤੁਸੀਂ ਗਲਤ ਪਾਠ ਕਰਿਆ ਤੁਹਾਨੂੰ ਪਾਪ ਲੱਗੇਗਾ। ਮੈਂ ਇੱਕ ਬੇਨਤੀ ਕਰਾਂ, ਪੂਰੀ ਗੱਲ ਕਰਿਆ ਕਰੋ, ਕੱਲਾ ਪਾਪ ਨਹੀਂ, ਜੇ ਉਹ ਸਹੀ ਕਰਨਗੇ ਪੁੰਨ ਵੀ ਉਹਨਾਂ ਨੂੰ ਲੱਗੇਗਾ। ਉਹ ਇਕੱਲੇ ਪਾਪ ਕਿਉਂ ਲੈਣ ਭਾਈ? ਪੁੰਨ ਵੀ ਤੇ ਉਹਨਾਂ ਕੋਲ ਜਾਵੇਗਾ ਨਾ। ਇਸ ਕਰਕੇ ਇਹ ਕੋਸ਼ਿਸ਼ ਕਰੋ, ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਡੇ ਘਰ ਆਇਆ, ਮਹਾਰਾਜ ਚੱਲ ਕੇ ਆਏ ਨੇ, ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਜੇ ਤੁਸੀਂ ਹੋਰ ਕੰਮਾਂ ਵਾਸਤੇ ਇੰਨਾ ਟਾਈਮ ਕੱਢ ਸਕਦੇ ਹੋ, ਕੀ 48 ਘੰਟੇ ਘਰ ਦੇ ਜੀ ਡਿਊਟੀ ਨਹੀਂ ਵੰਡ ਕੇ ਲੈ ਸਕਦੇ ਕਿ ਭਾਈ ਜਦੋਂ 2 ਘੰਟੇ ਬਾਅਦ ਭਾਈ ਜੀ ਬਦਲਣ, ਨਾਲ ਤੁਸੀਂ ਵੀ ਬਦਲੋ ਆਪਣੇ ਆਪ ਨੂੰ। 2 ਘੰਟੇ ਕੋਈ ਬਜ਼ੁਰਗ ਬੈਠੇ, ਕੋਈ ਭੈਣ ਬੈਠੇ, ਕੋਈ ਬੱਚਾ ਬੈਠੇ, ਹਾਂ ਇੱਕ ਚੀਜ਼ ਨਹੀਂ ਭੁੱਲਦੀ, ਉਹ ਕਹਿਣਗੇ ਧੂਪ ਨਹੀਂ ਬੰਦ ਹੋਣੀ ਚਾਹੀਦੀ, ਬਾਕੀ ਭਾਵੇਂ ਕੋਈ ਬੈਠੇ ਨਾ ਬੈਠੇ। ਇਹ ਮਰਿਆਦਾ ਹੈ? ਨਹੀਂ। ਅਸੀਂ ਧੂਪ ਚੇਤੇ ਰੱਖ ਲਈ, ਪਰ ਇਹ ਨਾ ਚੇਤੇ ਰੱਖਿਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਕਰਕੇ ਅਸੀਂ ਧੂਪ ਜਗਾਈ ਹੈ ਉਹਦੀ ਵੀ ਕੋਈ ਸੁਣ ਲਈਏ। ਇੱਕ ਬੇਅਦਬੀ ਹੈ। ਇਹ ਧਿਆਨ ਰੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਘਰ ਵਿੱਚ, ਡਿਊਟੀ ਬਣੋ ਆਪਣੇ ਜੀਆਂ ਦੀ ਕਿ ਭਾਈ 2-2 ਘੰਟੇ 3-3 ਘੰਟੇ ਘਰ ਦਾ ਕੋਈ ਵੀ ਜਿਹੜਾ ਜੀ ਹੈ ਲਾਗੇ ਮਹਾਰਾਜ ਦੇ ਬੈਠੇ ਬਾਣੀ ਸੁਣੇ। ਵੈਸੇ ਤੇ ਚੰਗਾ ਹੋਵੇ ਜੇ ਹਰ ਗੁਰਸਿੱਖ ਆਪ ਬਾਣੀ ਪੜ੍ਹੇ। ਹੁਣ ਤੇ ਬੜਾ ਸੌਖਾ, ਬਜ਼ੁਰਗ ਵੀ ਬੈਠੇ ਨੇ, ਹੁਣ ਤੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਮੋਬਾਈਲ ਵਿੱਚ ਆ ਗਿਆ। 4 ਅੰਗ ਜੇਕਰ ਤੁਸੀਂ ਰੋਜ਼ ਨੇਮ ਨਾਲ ਅਰਥਾਂ ਸਮੇਤ ਵੀ ਪੜ੍ਹੋ, 1 ਸਾਲ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤੁਸੀਂ ਕਰ ਲਓਗੇ 1 ਸਾਲ ਵਿੱਚ। ਤੇ ਕਿੰਨਾ ਕੁ ਟਾਈਮ ਲੱਗਦਾ? 4 ਅੰਗਾਂ ਨੂੰ ਜੇ ਤੁਸੀਂ ਅਰਥਾਂ ਸਮੇਤ ਪੜ੍ਹੋਗੇ 20 ਮਿੰਟ ਲੱਗ ਜਾਣਗੇ, 25 ਮਿੰਟ ਲੱਗ ਜਾਣਗੇ, ਇਹ ਤੋਂ ਵੱਧ ਨਹੀਂ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤੁਹਾਨੂੰ ਹੋ ਜਾਣਗੇ ਵਿੱਚ ਕੀ ਕੁਝ ਲਿਖਿਆ। ਪਰ ਖੈਰ ਅਸੀਂ ਵਿਸਾਰ ਗਏ। ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ, ਉਹਨਾਂ ਆਖਿਆ ਸਾਡੇ ਮੱਥੇ ਨਹੀਂ ਲੱਗਣਾ। ਸਾਧ ਸੰਗਤ, ਰਾਮ ਰਾਏ ਨੂੰ ਇਹ ਫਰਮਾਨ ਮਿਲ ਗਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਬਦਲੀ ਹੈ ਤੇ ਮਹਾਰਾਜ ਨੇ ਕਿਹਾ ਤੁਸੀਂ ਸਾਡੇ ਮੱਥੇ ਨਹੀਂ ਲੱਗਣਾ। ਸਾਧ ਸੰਗਤ, ਇੱਧਰੋਂ ਕੀਰਤਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਨ 1661 ਦੇ ਵਿੱਚ ਗੁਰਤਾ ਗੱਦੀ ਤੇ ਬਿਠਾਉਣ ਦਾ ਜਿਹੜਾ ਨਿਰਣਾ ਉਹ ਲਿਆ ਕਿ ਇਸ ਗੁਰਤਾ ਗੱਦੀ ਤੇ ਬੈਠਣਗੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੀ ਉਮਰ ਕੇਵਲ 5.25 ਸਾਲ ਦੀ ਹੈ। ਜਦੋਂ ਮਹਾਰਾਜ ਨਿਰਣਾ ਲਿਆ, ਬਹੁਤ ਸਾਰੇ ਭਰਮੀ ਜਿਹੜੇ ਸਿੱਖ ਨੇ, ਕਿਉਂਕਿ ਸਾਰੇ ਇੱਕੋ ਜਿਹੇ ਤੇ ਹੁੰਦੇ ਨਹੀਂ ਸਾਧ ਸੰਗਤ, ਵੱਖ-ਵੱਖ ਸਭ ਦੀ ਅਵਸਥਾ ਹੈ। ਸ਼ੰਕਾਵਾਦੀਆਂ ਨੇ ਬੜੇ ਸ਼ੰਕੇ ਉਠਾਏ, ਕਹਿਣ ਲੱਗੇ 5.25 ਸਾਲ ਦੀ ਆਰਜੂ ਇਹ ਗੁਰਤਾ ਗੱਦੀ ਤੇ ਕਿਵੇਂ ਬੈਠ ਸਕਦੇ ਨੇ, ਇਹ ਕਿਵੇਂ ਸੰਭਾਲਣਗੇ? ਹੋ ਸਕਦਾ ਸਾਡੇ ਵਿੱਚੋਂ ਵੀ ਕਈਆਂ ਦੇ ਮਨ ਵਿੱਚ ਅੱਜ ਵੀ ਸ਼ੰਕਾ ਉੱਠ ਸਕਦਾ ਹੈ ਕਿ ਜੀ 5.25 ਸਾਲ ਦਾ ਬੱਚਾ ਤੇ ਆਪਣੀ ਕਿਰਿਆ ਚੱਜ ਨਾਲ ਨਹੀਂ ਸਾਂਭ ਸਕਦਾ, ਉਹ ਗੁਰਤਾ ਗੱਦੀ ਦੇ ਲਾਇਕ ਕਿਵੇਂ ਹੋ ਗਏ? ਮੈਂ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 2 ਭਗਤਾਂ ਦੀ ਗੱਲ ਦੱਸਣ ਲੱਗਾ, ਜਿਹੜੇ ਹੈ ਵੀ 5 ਸਾਲ ਦੇ ਪਰ ਉਹ ਪ੍ਰਵਾਨ ਹੋਏ ਨੇ। ਤੇ ਪ੍ਰਵਾਨ ਕਿਸ ਰੂਪ ਵਿੱਚ? ਕਿ ਜਿਸ ਦਿਨ ਕਿਸੇ ਜਗਿਆਸੂ ਨੇ ਪੁੱਛਿਆ, ਮਹਾਰਾਜ ਰੱਬ ਦਾ ਨਾਮ ਕਿਵੇਂ ਲਈਏ, ਰੱਬ ਦਾ ਨਾਮ ਕਿਵੇਂ ਲੈਣਾ ਚਾਹੀਦਾ? ਤੇ ਸਾਧ ਸੰਗਤ, ਮਹਾਰਾਜ ਨੇ ਕਿਸੇ ਮਹਾਨ ਪੁਰਸ਼ ਦਾ ਨਾਂ ਨਹੀਂ ਲਿਖਿਆ ਗੁਰਬਾਣੀ ਵਿੱਚ, ਕਿਸੇ ਬਹੁਤ ਵੱਡੀ ਆਰਜੂ ਵਾਲੇ ਦਾ ਨਾਮ ਨਹੀਂ ਲਿਖਿਆ, ਕਿਸੇ ਬਹੁਤ ਵੱਡੇ ਅਮੀਰ ਦਾ ਨਾਂ ਨਹੀਂ ਲਿਖਿਆ। ਪੁੱਛਿਆ ਮਹਾਰਾਜ ਰੱਬ ਦਾ ਨਾਮ ਲੈਣਾ ਤੇ ਕਿਵੇਂ ਲਈਏ? ਤੇ ਜਵਾਬ ਮਿਲਿਆ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਇਹ 2 ਨਾਂ ਨੇ, ਧਰੂ ਤੇ ਪ੍ਰਹਿਲਾਦ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ 2 ਤਰ੍ਹਾਂ ਦੇ ਭਗਤਾਂ ਦੀ ਗੱਲ ਹੈ। ਇੱਕ ਤੇ ਉਹ ਭਗਤ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ, ਜਿਵੇਂ ਬਾਬਾ ਕਬੀਰ ਸਾਹਿਬ ਨੇ, ਬਾਬਾ ਫਰੀਦ ਜੀ ਨੇ, ਭਗਤ ਨਾਮਦੇਵ ਜੀ ਨੇ, ਭਗਤ ਸਦਨਾ ਜੀ ਨੇ, ਰਾਮਾਨੰਦ, ਪਰਮਾਨੰਦ, ਧੰਨਾ ਜੀ, ਰਵਿਦਾਸ ਜੀ। 15 ਭਗਤਾਂ ਦੀ ਬਾਣੀ ਇੱਕ ਤੇ ਉਹ ਭਗਤ ਨੇ। ਪਰ ਇਹਦੇ ਤੋਂ ਇਲਾਵਾ ਧਰੂ, ਪ੍ਰਹਿਲਾਦ, ਅਮਰੀਕ, ਇਸ ਤਰ੍ਹਾਂ ਦੇ ਭਗਤ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਨਾਮਣਾ ਖਟਿਆ। ਹੁਣ ਮਹਾਰਾਜ ਨੇ ਇਹਨਾਂ ਦੋਵਾਂ ਦਾ ਨਾਂ ਰੱਖਿਆ ਅੱਗੇ, ਕਹਿਣ ਲੱਗੇ ਰੱਬ ਦਾ ਨਾਮ ਜਪਣਾ ਤੇ ਇਹਨਾਂ 2 ਭਗਤਾਂ ਵੱਲ ਵੇਖ। ਤੇ ਹੁਣ ਇਹ ਦੋਵਾਂ ਭਗਤਾਂ ਦੀ ਉਮਰ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ
ਕਹਿਣ ਲੱਗੇ 5 ਬਰਖ ਕੋ ਅਨਾਥ ਧਰੂ ਬਾਰਕ। 5 ਵਰਖ ਦਾ ਹੈ ਅਨਾਥ ਧਰੂ ਤੇ ਪ੍ਰਹਿਲਾਦ, ਪਰ ਕਹਿਣ ਲੱਗੇ ਰੱਬ ਦੀ ਇਬਾਦਤ ਇੰਨੀ ਕੀਤੀ, ਹਰ ਸਿਮਰਤ ਅਮਰ ਅਟਾਰੇ। ਕਹਿਣ ਲੱਗੇ ਰੱਬ ਦੀ ਇਬਾਦਤ ਕਰਕੇ ਨਾਮ ਉੱਚਾ ਕਰ ਲਿਆ। ਤੇ ਜੇ ਇਹ 5 ਸਾਲ ਦੇ ਭਗਤ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਸਕਦੇ ਨੇ, ਤੇ ਸਾਧ ਸੰਗਤ ਯਾਦ ਰੱਖਿਓ, ਇਤਿਹਾਸ ਨੂੰ ਪੜ੍ਹਿਆ ਪਤਾ ਲੱਗਦਾ ਕਈ ਵਾਰੀ ਛੋਟੇ ਛੋਟੇ ਬੱਚਿਆਂ ਨੇ ਉਹ ਕਾਰਨਾਮੇ ਕਰ ਵਿਖਾਏ ਕਿ ਦੁਨੀਆ ਦੇ ਵੱਡੇ ਵੱਡੇ ਵਿਦਵਾਨ ਵੀ ਦੰਗ ਰਹਿ ਗਏ। ਇੱਕ ਇਸਲਾਮ ਵਿੱਚੋਂ ਸਾਖੀ ਆਉਂਦੀ ਹੈ ਕਿ ਇੱਕ ਇਸਲਾਮੀ ਫਕੀਰ ਹੱਥ ਵਿੱਚ ਦੀਵਾ ਫੜਿਆ ਤੁਰਿਆ ਜਾਵੇ ਤੇ ਜਣੇ ਖਣੇ ਨੂੰ ਪੁੱਛਦਾ ਫਿਰੇ ਵੀ ਦੱਸ ਇਹ ਲਾਈਟ ਕਿੱਥੋਂ ਆਈ ਹੈ। ਦੀਵਾ ਹੱਥ ਵਿੱਚ ਫੜਿਆ ਸੀ, ਕਦੇ ਤੈਨੂੰ ਪੁੱਛੇ ਲਾਈਟ ਕਿੱਥੋਂ ਆਈ, ਕਦੇ ਉਹਨੂੰ ਪੁੱਛੇ ਲਾਈਟ ਕਿੱਥੋਂ ਆਈ। ਇੱਕ ਛੋਟਾ ਜਿਹਾ ਬਾਲਕਾ ਤੁਰਿਆ ਜਾਵੇ, ਜਾ ਕੇ ਉਹਨੂੰ ਬਾਲਕ ਨੂੰ ਕਹਿੰਦਾ ਦੱਸ ਕਾਕਾ ਲਾਈਟ ਕਿੱਥੋਂ ਆਈ। ਉਹ ਕਾਕੇ ਨੇ ਮਾਰੀ ਫੂਕ ਤੇ ਕਹਿੰਦਾ ਆਈ ਤੇ ਪਤਾ ਕਿੱਥੋਂ ਨੇ, ਤੂੰ ਦੱਸ ਗਈ ਕਿੱਥੇ ਹੈ। ਤੂੰ ਜੀ ਥਾਂ ਥਾਂ ਪੁੱਛਦਾ ਫਿਰਦਾ, ਹੱਥ ਵਿੱਚ ਦੀਵਾ ਫੜ ਕੇ ਰੋਜ਼ ਲੋਕਾਂ ਨੂੰ ਜਿਲਤ ਕਰਦਾ, ਉਹਨਾਂ ਦੀ ਬੇਇੱਜ਼ਤੀ ਕਰਦਾ ਵੀ ਦੱਸ ਲਾਈਟ ਕਿੱਥੋਂ ਆਈ। ਉਹਨੇ ਫੂਕ ਮਾਰ ਕੇ ਬੁਝਾਤਾ ਤੇ ਕਹਿੰਦਾ ਹੁਣ ਤੂੰ ਦੱਸ ਵੀ ਇਹ ਗਈ ਕਿੱਥੇ। ਚੁੱਪ ਕਰ ਗਿਆ। ਕਹਿਣ ਲੱਗਾ ਦਾ ਜਵਾਬ ਕੋਈ ਨਹੀਂ ਮੇਰੇ ਕੋਲ। ਕਈ ਵਾਰੀ ਬੱਚੇ, ਇੱਕ ਹੋਰ ਸਾਖੀ ਆਉਂਦੀ ਹੈ, ਤੁਰਿਆ ਜਾਵੇ ਫਕੀਰ, ਹੱਥ ਵਿੱਚ ਇੱਕ ਖੋਤਾ ਜੇ ਤੇ ਸਵਾਰੀ ਕਰਦਾ, ਇੱਕ ਕੋਲ ਕਬੂਤਰ ਹੈ, ਉਹ ਫੜਿਆ ਤੁਰਿਆ ਜਾ ਰਿਹਾ ਹੈ ਤੇ ਰਸਤੇ ਵਿੱਚ ਇੱਕ ਰੁੱਖ ਥੱਲੇ ਬੈਠਾ ਇੱਕ ਛੋਟੇ ਜਿਹੇ ਬਾਲਕੇ ਨੇ ਆਖਿਆ ਸਾਈਂ ਬੜਾ ਚੁੱਪਚਾਪ ਬੈਠਾ ਹੈ, ਕੋਈ ਚੀਜ਼ ਦੀ ਲੋੜ। ਕਹਿਣ ਲੱਗਾ ਹਾਂ ਲੋੜ ਤੇ ਹੈ। ਕਹਿਣ ਲੱਗਾ ਦੱਸ। ਕਹਿਣ ਲੱਗਾ ਮੈਨੂੰ ਭੁੱਖ ਬੜੀ ਲੱਗੀ ਹੈ, ਪਰ ਮੇਰੇ ਕੋਲ ਟਕਾ ਇੱਕ ਹੈ, ਮੇਰਾ ਖੋਤਾ ਵੀ ਭੁੱਖਾ ਜੇ ਤੇ ਮੈਂ ਸਵਾਰੀ ਕਰਦਾ, ਆ ਮੇਰਾ ਕੋਲ ਜਾਨਵਰ ਹੈ ਕਿ ਇਹ ਵੀ ਭੁੱਖਾ ਹੈ, ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਨੂੰ ਖਵਾਵਾਂ ਕਿ ਆਪ ਖਾਵਾਂ, ਇਸ ਕਰਕੇ ਮੈਂ ਸੋਚਾਂ ਵਿੱਚ ਬੈਠਾ ਹੋਇਆ। ਕਹਿਣ ਲੱਗਾ ਸਾਈਂ ਦੇ ਮੈਨੂੰ ਰੁਪਈਆ, ਇੱਕ ਟਕਾ। ਉਹਨੇ ਟਕਾ ਲਿਆ, ਥੋੜ੍ਹੀ ਦੂਰ ਜਾ ਕੇ ਕਿਸਾਨ ਦੇ ਕੋਲੋਂ ਹਦਵਾਣਾ ਚੁੱਕ ਲਿਆਇਆ, ਵੱਡਾ ਹਿੰਦਵਾਣਾ ਚੁੱਕ ਕੇ ਲੈ ਕੇ ਆਇਆ। ਕਹਿੰਦਾ ਲੈ ਸਾਈਂ ਆਪਣੀ ਭੁੱਖ ਦੂਰ ਕਰ। ਕਹਿਣ ਲੱਗਾ ਇਹਦੇ ਨਾਲ ਮੇਰਾ ਕਿਵੇਂ ਗੁਜ਼ਾਰਾ ਹੋਏਗਾ। ਕਹਿਣ ਲੱਗਾ ਤੇਰਾ ਵੀ ਗੁਜ਼ਾਰਾ ਹੋਵੇਗਾ, ਤੇਰੇ ਖੋਤੇ ਦਾ ਵੀ ਹੋਏਗਾ। ਕਹਿਣ ਲੱਗਾ ਅੱਛਾ। ਕਹਿੰਦਾ ਗਿਰੀ ਗਿਰੀ ਤੂੰ ਖਾ, ਇਹਦੇ ਦਾਣੇ ਕੱਢ ਕੇ ਆਪਣੇ ਕਬੂਤਰ ਨੂੰ ਖਵਾ ਤੇ ਇਹਦੀ ਛਿਲਕਾ ਜਿਹੜੀ ਬਚ ਜਾਵੇ ਆਪਣੇ ਗਧੇ ਨੂੰ ਖਵਾ ਤੇ ਰਾਹ ਰਾਹ ਤੁਰਿਆ ਜਾ। ਉਹ ਫਕੀਰ ਕਹਿੰਦਾ ਵਾਹ, ਜਿਸ ਸਵਾਲ ਦਾ ਜਵਾਬ ਮੈਨੂੰ ਵੱਡੇ ਵੱਡੇ ਨਹੀਂ ਦੇ ਸਕੇ, ਤੂੰ ਛੋਟੇ ਜਿਹੇ ਬਾਲਕ ਨੇ ਦੇ ਦਿੱਤਾ। ਯਾਦ ਰੱਖੋ ਕਈ ਵਾਰੀ ਛੋਟੇ ਛੋਟੇ ਬੜੇ ਬੜੇ ਚੰਗੇ ਕੰਮ ਕਰ ਜਾਂਦੇ ਨੇ। ਤੇ ਫਿਰ ਦੂਸਰੀ ਗੱਲ, ਗੁਰੂ ਨਾਨਕ ਦੀ ਗੱਦੀ ਉਮਰ ਦੀ ਮੁਤਾਜ ਨਹੀਂ ਹੈ। ਇੱਥੇ ਉਮਰ ਦੀ ਗੱਲ ਹੁੰਦੀ ਤੇ ਕਦੇ ਵੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਨਹੀਂ ਸਨ ਬੈਠ ਸਕਦੇ। ਆਪ ਸਾਰੇ ਜਾਣਦੇ ਹੋ ਕਿ ਅੱਜ ਵੀ ਕਾਨੂੰਨ ਹੈ ਦੁਨੀਆ ਦਾ, ਤੇ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਕਿ 70 ਕਾ ਮਤਹੀਣ, 70 ਸਾਲ ਦਾ ਬੰਦਾ ਮਤਹੀਣ ਗਿਣਿਆ ਜਾਂਦਾ। ਪਰ ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠਦੇ ਨੇ, 74 ਸਾਲ ਦੀ ਉਮਰ ਹੈ ਉਹਨਾਂ ਦੀ। ਕਿੱਡੀ ਵੱਡੀ ਆਰਜੂ ਵਿੱਚ ਆਣ ਕੇ ਗੁਰਤਾ ਗੱਦੀ ਤੇ ਬੈਠਦੇ ਨੇ। ਇੱਥੇ ਆਰਜੂ ਦਾ ਸਵਾਲ ਨਹੀਂ, ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਜਿੱਥੇ ਟਿਕ ਜਾਂਦੀ ਹੈ ਉੱਥੇ ਹੀ ਸਭ ਕੁਝ ਨਿਹਾਲ ਹੋ ਜਾਂਦਾ। 5.25 ਸਾਲ ਦੀ ਆਰਜੂ ਹੈ, ਗੁਰਤਾ ਗੱਦੀ ਤੇ ਬਿਠਾ ਦਿੱਤਾ ਗਿਆ। ਸਭ ਦੇ ਜਿਹੜੇ ਮਨ ਦੇ ਭਰਮ ਸਨ ਦੂਰ ਹੋ ਗਏ। ਪਰ ਸਾਧ ਸੰਗਤ, ਸ਼ਰਾਰਤੀ ਬੰਦੇ ਸ਼ਰਾਰਤ ਕਰਨੋਂ ਬਾਜ ਨਹੀਂ ਆਉਂਦੇ। ਕੀਰਤਪੁਰ ਸਾਹਿਬ ਦੇ ਵਿੱਚ ਰਹਿਣ ਵਾਲੇ ਵਿਰੋਧੀਆਂ ਨੇ ਸ਼ਰਾਰਤ ਕੀਤੀ। ਕਹਿਣ ਲੱਗੇ ਹੈ ਤੇ ਛੋਟੀ ਜਿਹੀ ਉਮਰ, ਵੇਖੀਏ ਸਮਰੱਥਾ ਕਿੰਨੀ ਹੈ। ਤੇ ਮਹਾਰਾਜ ਦੀ ਮਰਿਆਦਾ ਹੁੰਦੀ ਸੀ, ਆਪ ਨੂੰ ਪਤਾ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਪਾਲਕੀ ਵਿੱਚ ਬੈਠ ਕੇ ਤੇ ਕੀਰਤਪੁਰ ਸਾਹਿਬ ਦੇ ਵਿੱਚ ਘੁੰਮਿਆ ਕਰਦੇ ਸਨ, ਲੋਕਾਂ ਦੇ ਦੁੱਖ ਸੁਣਿਆ ਕਰਦੇ ਸਨ। ਸਾਰੀ ਸੰਗਤ ਉਹਨਾਂ ਨੂੰ ਪਿਆਰ ਨਾਲ ਬਾਲਾ ਪ੍ਰੀਤਮ ਕਹਿੰਦੀ ਹੁੰਦੀ ਸੀ। ਸਾਧ ਸੰਗਤ, ਇੱਕ ਬ੍ਰਾਹਮਣ ਸਰੀਰ ਤੇ ਕੋੜ ਪਿਆ, ਰੋਗੀ ਹੈ, ਕੁਰਲਾ ਰਿਹਾ। ਸ਼ਰਾਰਤੀਆਂ ਨੇ ਇਕੱਠੇ ਹੋ ਕੇ ਆਖਿਆ ਕਿ ਇਹਨੂੰ ਅੱਗੇ ਕਰੋ ਗੁਰੂ ਸਾਹਿਬ ਦੇ, ਜੇ ਤੇ ਗੁਰੂ ਸਾਹਿਬ ਇਹਨੂੰ ਠੀਕ ਕਰ ਦੇਣ ਫਿਰ ਤੇ ਮੰਨ ਜਾਈਏ, ਜੇ ਨਾ ਠੀਕ ਕਰ ਸਕੇ ਰੌਲਾ ਪਾ ਦਿਆਂਗੇ। ਐਵੇਂ ਛੋਟੇ ਜਿਹੇ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ। ਸਾਧ ਸੰਗਤ, ਜਦੋਂ ਮਹਾਰਾਜ ਦੀ ਪਾਲਕੀ ਆਈ, ਰਸਤੇ 'ਚੋਂ ਲੰਘਣ ਲੱਗੀ, ਇਹ ਜਿਹੜਾ ਬਿਮਾਰ ਬ੍ਰਾਹਮਣ ਹੈ ਇਹ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਕਿ ਮਹਾਰਾਜ ਮੇਰਾ ਰੋਗ ਦੂਰ ਕਰੋ, ਮੈਨੂੰ ਤੰਦਰੁਸਤ ਕਰੋ। ਸਾਧ ਸੰਗਤ, ਜਦੋਂ ਕੁਹਾਰਾਂ ਨੇ ਪਾਲਕੀ ਨੂੰ ਰੋਕਿਆ, ਮਹਾਰਾਜ ਨੇ ਪੁੱਛਿਆ ਕੌਣ ਹੈ ਜਿਹੜਾ ਐਡਾ ਰੌਲਾ ਪਾ ਰਿਹਾ ਹੈ।
ਉਹਨਾਂ ਆਖਿਆ ਮਹਾਰਾਜ ਇੱਕ ਗਰੀਬ ਬ੍ਰਾਹਮਣ ਹੈ, ਸਾਰਾ ਸਰੀਰ ਗਲਿਆ ਪਿਆ ਹੈ, ਕੋੜ ਚੱਲਿਆ ਹੈ, ਰਸਤਾ ਡੱਕ ਕੇ ਬੈਠਾ, ਮੈਨੂੰ ਠੀਕ ਕਰੋ। ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਇਹ ਰੌਲਾ ਪਾ ਰਿਹਾ। ਸਾਧ ਸੰਗਤ, ਬਾਲਾ ਪ੍ਰੀਤਮ ਸਤਿਗੁਰੂ ਆਪਣੀ ਪਾਲਕੀ ਚੋਂ ਬਾਹਰ ਨਿਕਲੇ। ਉਹਨਾਂ ਦੇ ਹੱਥ ਵਿੱਚ ਰੁਮਾਲ ਹੋਇਆ ਕਰਦਾ ਸੀ। ਇਹ ਯਾਦ ਰੱਖਣਾ, ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ, ਹਰ ਗੁਰੂ ਸਾਹਿਬ ਦੇ ਕੋਲ ਰੁਮਾਲ ਰੱਖਿਆ ਹੁੰਦਾ ਸੀ। ਜਿਵੇਂ ਅਸੀਂ ਅੱਜ ਟਿਸ਼ੂ ਪੇਪਰ ਵਰਤਦੇ ਹਾਂ, ਕਾਰਤਾ ਵਰਤਦੇ ਹਾਂ, ਇਹ ਪੁਰਾਤਨ ਮਰਿਆਦਾ ਸੀ। ਬਜ਼ੁਰਗਾਂ ਨੂੰ ਤੁਸੀਂ ਵੇਖੋ, ਖਾਸ ਕਰਕੇ ਵੇਖਣਾ ਹੋਵੇ, ਢਾਡੀ ਪਤਾਮਾ ਬਾਪੂ ਸੋਹਣ ਸਿੰਘ ਸ਼ੀਤਲ ਜੀ ਜਿੱਥੇ ਵੀ ਸਟੇਜ ਤੇ ਹੁੰਦੇ ਸਨ, ਉਹਨਾਂ ਦੇ ਹੱਥ ਵਿੱਚ ਰੁਮਾਲ ਹੁੰਦਾ ਸੀ ਆਪਣਾ ਮੁੱਖ ਸਾਫ਼ ਕਰਨ ਵਾਸਤੇ, ਤਾਂ ਕਿ ਹੱਥ ਜਿਹੜੇ ਨੇ ਉਹ ਨੱਕ ਨੂੰ ਨਾ ਲੱਗਣ। ਇਹ ਮਰਿਆਦਾ ਸੀ ਸਾਡੇ ਬਜ਼ੁਰਗਾਂ ਦੀ, ਜਾਂ ਹਜੂਰੀਆ ਰੱਖਣਾ ਜਾਂ ਰੁਮਾਲ ਰੱਖਣਾ ਕੋਲ। ਮਹਾਰਾਜ ਦੇ ਕੋਲ ਰੁਮਾਲ ਸੀ। ਸਤਿਗੁਰਾਂ ਨੇ ਰੁਮਾਲ ਕੱਢਿਆ ਤੇ ਜਲ ਦੇ ਨਾਲ ਉਹਨੂੰ ਧੋ ਕੇ ਤੇ ਕਹਿਣ ਲੱਗੇ ਸੇਵਾਦਾਰ ਨੂੰ, ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਇਸ ਰੋਗੀ ਦੇ ਸਰੀਰ ਤੇ ਫੇਰ ਦੇ, ਤੰਦਰੁਸਤ ਹੋ ਜਾਵੇਗਾ। ਸਾਧ ਸੰਗਤ, ਸੇਵਾਦਾਰ ਨੇ ਆਗਿਆ ਮੰਨ ਕੇ ਉਹ ਜਿਹੜਾ ਰੁਮਾਲ ਸੀ ਉਹ ਰੋਗੀ ਦੇ ਸਰੀਰ ਤੇ ਫੇਰਿਆ, ਉਹਦੇ ਮੁਖ ਤੇ ਫੇਰਿਆ, ਤੇ ਨਾਲ ਮਹਾਰਾਜ ਨੇ ਆਖਿਆ ਭਲਿਆ ਬਾਣੀ ਪੜ੍ਹਿਆ ਕਰ। ਯਾਦ ਰੱਖ, ਜਿੰਨੇ ਵੀ ਰੋਗ ਨੇ ਉਹ ਸਾਰੇ ਦੇ ਸਾਰੇ ਰੱਬ ਅੰਦਰ ਟੁੱਟਿਆਂ ਦੇ ਨਾਲ ਰੋਗ ਨੇ। ਔਰ ਸਤਿਗੁਰਾਂ ਨੇ ਬਾਣੀ ਵਿੱਚ ਵੀ ਕਿਹਾ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਸਾਧ ਸੰਗਤ, ਜਦੋਂ ਇਹ ਉਪਦੇਸ਼ ਕੀਤਾ, ਗੁਰੂ ਸਾਹਿਬ ਦੀ ਕਿਰਪਾ ਹੋਈ, ਰਹਿਮਤ ਹੋਈ, ਉਹ ਜਿਹੜਾ ਰੋਗੀ ਸੀ ਸਾਧ ਸੰਗਤ ਤੰਦਰੁਸਤ ਹੋ ਗਿਆ। ਜਿੰਨੇ ਵਿਰੋਧਤਾ ਕਰਨ ਵਾਲੇ ਸਨ ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਕਿ ਅਸੀਂ ਤੇ ਚਾਹੁੰਦੇ ਸੀ ਵੀ ਗੁਰੂ ਸਾਹਿਬ ਨੂੰ ਝੂਠਾ ਕਰੀਏ, ਪਰ ਅਸੀਂ ਝੂਠੇ ਹੋ ਗਏ ਹਾਂ। ਗੁਰੂ ਸਾਹਿਬ ਦੀ ਕਿਰਪਾ ਰਹਿਮਤ ਦੇ ਨਾਲ ਇਹ ਤੰਦਰੁਸਤ ਹੋ ਗਿਆ। ਸਾਧ ਸੰਗਤ, ਦੀਵਾਨ ਲੱਗਣੇ ਕਰਨੇ, ਤੇ ਆਪ ਨੂੰ ਪਤਾ ਹੈ, ਆਪਾਂ ਸਾਰੇ ਹੀ ਜਾਣਦੇ ਹਾਂ ਕਿ ਚੋਰ ਜਿਹੜੇ ਲੋਕ ਨੇ ਉਹ ਭੀੜ ਭੜੱਕੇ ਵਾਲੀ ਜਗ੍ਹਾ ਤੇ ਹਮੇਸ਼ਾ ਚੋਰੀਆਂ ਕਰਦੇ ਨੇ। ਤੇ ਇਹ ਗੱਲ ਯਾਦ ਰੱਖਣਾ, ਸਿਆਣਿਆਂ ਦਾ ਕਥਨ ਹੈ ਕਿ ਜੰਦਰੇ ਜਿਹੜੇ ਨੇ ਸਾਧੂਆਂ ਵਾਸਤੇ ਨੇ, ਚੋਰਾਂ ਵਾਸਤੇ ਕੋਈ ਨਹੀਂ ਜੰਦਰਾ ਹੋਇਆ ਕਰਦਾ। ਜਿਨੇ ਚੋਰੀ ਕਰਨੀ ਹੈ ਉਹ ਸਾਰੇ ਜੰਦਰੇ ਭੰਨ ਕੇ ਵੀ ਕਰ ਜਾਂਦਾ। ਇੱਥੇ ਸੰਗਤ ਬੜੀ ਇਕੱਠੀ ਹੋਣੀ, ਤੇ ਲੰਮਾ ਦੇਸ਼ ਜੋ ਪਾਕਿਸਤਾਨ ਦੇ ਵਿੱਚ ਰਹਿ ਗਿਆ ਇਲਾਕਾ ਪਿਸ਼ਾਵਰ ਦਾ, ਉਹਨੂੰ ਲੰਮਾ ਦੇਸ਼ ਕਿਹਾ ਜਾਂਦਾ ਸੀ। ਅਟਕ ਦਾ ਇਲਾਕਾ, ਪਿਸ਼ਾਵਰ ਦਾ ਇਲਾਕਾ ਕਦੇ ਸਾਰਾ ਹੀ ਖਾਲਸਾ ਰਾਜ ਦਾ ਹਿੱਸਾ ਹੋਇਆ ਕਰਦਾ ਸੀ। ਖੈਰ, ਇੱਕ ਵੱਖਰਾ ਵਿਸ਼ਾ ਨਾ ਛੇੜਾਂ। ਇੱਥੋਂ ਸੰਗਤਾਂ ਬਹੁਤ ਆਈਆਂ, ਵੱਡੀ ਗਿਣਤੀ ਵਿੱਚ ਇਸ ਪਾਸੇ ਸੰਗਤਾਂ ਵਸਦੀਆਂ ਸਨ। ਜਿਵੇਂ ਅਫਗਾਨਿਸਤਾਨ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵਸਿਆ ਕਰਦੇ ਸਨ, ਅੱਜ ਉੱਥੇ ਨਹੀਂ ਰਹਿ ਗਏ। ਇਹ ਯਾਦ ਰੱਖਿਓ। ਮੈਂ ਡਾਕੂਮੈਂਟਰੀ ਪੜ੍ਹਿਆ ਸੀ, ਕਿਸੇ ਗੁਰਸਿੱਖ ਨੇ ਬਣਾਈ। ਬੰਗਲਾਦੇਸ਼ ਦੇ ਵਿੱਚ ਸਾਡੇ ਇਤਿਹਾਸਕ ਸਥਾਨ ਨੇ 5 ਥਾਂ, ਜਿਨ੍ਹਾਂ ਵਿੱਚ ਉੱਥੇ ਕੋਈ ਗੁਰਸਿੱਖ ਨਹੀਂ ਰਹਿ ਗਿਆ। ਉਹਨਾਂ ਧਾਰਮਿਕ ਸਥਾਨਾਂ ਦੀ ਦੇਖ ਰੇਖ ਹਿੰਦੂ ਪਰਿਵਾਰ ਜਿਹੜੇ ਰਹਿ ਗਏ ਨੇ ਉੱਥੇ ਉਹ ਕਰ ਰਹੇ ਨੇ। ਪਟਨਾ ਸਾਹਿਬ ਤੋਂ ਗ੍ਰੰਥੀ ਜਾਂਦਾ 6 ਮਹੀਨੇ ਵਾਸਤੇ, ਜਿਹੜਾ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ, ਮੁੜ ਕੇ ਵਾਪਸ ਆ ਜਾਂਦਾ, ਫਿਰ ਦੂਸਰਾ ਚਲਿਆ ਜਾਂਦਾ। ਰਤਨ ਸਿੰਘ ਭੰਗੂ ਨੇ ਜਦੋਂ ਕੌਮ ਤੇ ਬੜੀ ਭੀੜ ਬਣੀ ਸੀ, ਉਦੋਂ ਇੱਕ ਗ੍ਰੰਥ ਵਿੱਚ ਗੱਲ ਲਿਖੀ ਸੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਕਿ ਪਾਤਸ਼ਾਹ, ਜੇ ਪੰਥ ਨਾ ਰਿਹਾ ਤੇ ਤੈਨੂੰ ਗੁਰੂ ਗ੍ਰੰਥ ਕਿਨੇ ਮੰਨਣਾ। ਇਹ ਬਹੁਤ ਵੱਡੀ ਗੱਲ ਸੀ। ਜਦੋਂ ਕੌਮ ਨਾ ਹੋਵੇ, ਪੰਥ ਨਾ ਹੋਵੇ, ਤੇ ਯਾਦ ਰੱਖਿਓ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਸਿੱਖ ਨਹੀਂ ਟੇਕਣਾ ਹੈ। ਦੂਸਰਾ ਧਰਮ ਵਾਲਾ ਉਤਰਾ ਤੇ ਭਾਵੇਂ ਸਤਿਕਾਰ ਕਰੇ, ਪਰ ਜਿਹੜੀ ਭਾਵਨਾ ਸਿੱਖ ਦੇ ਅੰਦਰ ਹੈ ਦੂਸਰੇ ਅੰਦਰ ਨਹੀਂ ਆ ਸਕੇਗੀ। ਤੋ ਸਹਿਜੇ ਸਹਿਜੇ ਸਿੱਖ ਉੱਥੋਂ ਉੱਜੜ ਰਹੇ ਨੇ। ਉਹ ਧਾਰਮਿਕ ਸਥਾਨ ਵੀ ਜਿਹੜੇ ਨੇ ਬੰਦ ਹੁੰਦੇ ਜਾ ਰਹੇ ਨੇ। ਇਤਿਹਾਸਕ ਨੇ ਸਾਡੇ ਤੇ। ਆਪ ਨੂੰ ਪਤਾ ਹੋਵੇਗਾ ਲਾਹੌਰ ਵਿੱਚ ਜਿੱਥੇ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ, ਉਹ ਗੁਰਦੁਆਰੇ ਦਾ ਕੀ ਹਾਲ ਹੈ। 4 ਚੁਫੇਰੇ ਉਹਦੇ ਗੰਦ ਪਿਆ ਹੋਇਆ, ਕਵਾੜ ਇਕੱਠਾ ਹੋਇਆ। ਹੁਣ ਥੋੜ੍ਹੇ ਸਿੱਖ ਉੱਥੇ ਜਾ ਕੇ ਜਗ੍ਹਾ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕਿਉਂਕਿ ਜਦੋਂ ਕੌਮ ਦੀ ਬਹੁਲਤਾ ਨਹੀਂ ਰਹੀ ਉੱਥੇ, ਤੇ ਧਾਰਮਿਕ ਸਥਾਨ ਜਿਹੜੇ ਨੇ ਕੁਦਰਤੀ ਗੱਲ ਹੈ ਉਹ ਫਿਰ ਠੀਕ ਨਹੀਂ ਰਹਿਣਗੇ। ਤੋ ਖੈਰ, ਉੱਥੋਂ ਸੰਗਤ ਆਈ ਪਿਸ਼ਾਵਰ ਦੇ ਇਲਾਕੇ ਵਿੱਚੋਂ। ਉਹਨਾਂ ਵਿੱਚੋਂ ਇੱਕ ਨਾਲ ਚੋਰ ਆਇਆ, ਉਹਦਾ ਨਾਂ ਲਿਖਿਆ ਜਸਵੰਤ ਰਾਓ। ਸਾਧ ਸੰਗਤ, ਜਦੋਂ ਸਾਰੀ ਸੰਗਤ ਆਈ, ਉਹਦੇ ਮਨ ਵਿੱਚ ਆਇਆ ਸੰਗਤ ਬੜੀ ਆਉਂਦੀ ਹੈ, ਉੱਥੇ ਚੋਰੀ ਕਰਨ ਦਾ ਮੌਕਾ ਬੜਾ ਮਿਲ ਜਾਵੇਗਾ। ਜਦੋਂ ਸੰਗਤ ਨੇ ਆਣ ਕੇ ਮੱਥਾ ਟੇਕਿਆ, ਭਟਾਵਾਂ ਰੱਖੀਆਂ, ਤਾਂ ਇਹਨੇ ਵੀ ਜਾ ਕੇ ਮੱਥਾ ਟੇਕਿਆ। ਇਹਨੇ ਆਖਿਆ ਕਿਤੇ ਮੈਂ ਮੱਥਾ ਨਾ ਟੇਕਾਂ, ਪਛਾਣਿਆ ਜਾਵਾਂ। ਜਦੋਂ ਮੱਥਾ ਲੱਗਾ ਟੇਕਣ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਇੱਕ ਪੰਕਤੀ ਪੜ੍ਹੀ ਗੁਰੂ ਕੀ ਬਾਣੀ ਵਿੱਚੋਂ
ਮਹਾਰਾਜ ਕਹਿਣ ਲੱਗੇ, ਚੋਰ ਕੀ ਹਮਾ ਭਰਾ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਇੰਨੀ ਪੰਕਤੀ ਪੜ੍ਹੀ ਤੇ ਸਾਧ ਸੰਗਤ ਨੂੰ ਪਤਾ ਲੱਗ ਗਿਆ ਵੀ ਇਹ ਪੰਕਤੀ ਤੇ ਮੇਰੇ ਵਾਸਤੇ ਪੜ੍ਹੀ ਗਈ ਹੈ। ਇਹਨੇ ਉੱਥੇ ਮੱਥਾ ਟੇਕ ਕੇ ਬਹਿ ਗਿਆ ਤੇ ਸਤਿਗੁਰਾਂ ਦੇ ਮੂੰਹ ਵੱਲ ਵੇਂਦਾ ਤੇ ਮਹਾਰਾਜ ਕਹਿੰਦੇ, ਕੀ ਗੱਲ ਹੋਈ? ਕਹਿੰਦਾ, ਸਤਿਗੁਰੂ ਤੁਸੀਂ ਹੋਰ ਕਿਸੇ ਵਾਸਤੇ ਪੰਕਤੀ ਨਹੀਂ ਪੜ੍ਹੀ, ਜਦੋਂ ਮੈਂ ਮੱਥਾ ਟੇਕਿਆ ਤੁਸੀਂ ਉਦੋਂ ਪੰਕਤੀ ਕਿਉਂ ਪੜ੍ਹੀ ਹੈ? ਤੇ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ, ਇਸ ਕਰਕੇ ਪੜ੍ਹੀ ਹੈ ਕਿ ਦੂਜੇ ਜਿਹੜੇ ਨੇ ਉਹ ਤੇ ਮੱਥਾ ਟੇਕਣ ਆਏ ਨੇ, ਪਰ ਤੂੰ ਨਕਲ ਕਰ ਰਿਹਾ, ਤੂੰ ਮੱਥਾ ਟੇਕਣ ਨਹੀਂ, ਤੂੰ ਚੋਰੀ ਕਰਨਾ ਹੈ ਸਾਡੇ ਕੋਲ। ਜਦੋਂ ਇੰਨੀ ਗੱਲ ਸੁਣੀ ਕਿ ਮਹਾਰਾਜ ਤੇ ਮੇਰੇ ਅੰਦਰ ਦੀ ਜਾਣ ਗਏ ਨੇ, ਇਹਨੇ ਹੱਥ ਜੋੜ ਕੇ ਮੰਨ ਲਿਆ। ਕਹਿੰਦਾ, ਸਤਿਗੁਰੂ ਸੱਚ ਗੱਲ ਤੇ ਇਹੋ ਹੀ ਹੈ ਕਿ ਮੈਂ ਏਡੀ ਦੂਰੋਂ ਤੁਹਾਡੇ ਦਰਸ਼ਨ ਦਿਦਾਰੇ ਕਰਨ ਨਹੀਂ ਆਇਆ, ਮੈਂ ਅਸਲ ਵਿੱਚ ਚੋਰੀ ਕਰਨ ਆਇਆ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ, ਜਸਵੰਤ ਰਾਓ ਯਾਦ ਰੱਖ, ਜਿਸ ਦਿਨ ਪਕੜਿਆ ਗਿਆ ਇਹਦੀ ਸਜ਼ਾ ਤੈਨੂੰ ਭੁਗਤਣੀ ਪਵੇਗੀ, ਤੇ ਚੋਰ ਦੀ ਹਾਮਾ ਦਰਗਾਹ ਵਿੱਚ ਕੋਈ ਨਹੀਂ ਭਰਦਾ। ਇਸ ਕਰਕੇ ਜੇ ਤੂੰ ਸਾਡੇ ਕੋਲ ਆਇਆ ਤੇ ਸਾਡੇ ਨਾਲ ਵਾਅਦਾ ਕਰ ਵੀ ਇਹ ਕੰਮ ਤੂੰ ਛੱਡ ਦੇਵੇਂਗਾ। ਸਾਧ ਸੰਗਤ ਉਹਨੇ ਵਾਅਦਾ ਕੀਤਾ ਤੇ ਆਖਿਆ, ਮਹਾਰਾਜ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਬਹੁਤ ਐਸੇ ਗੁਰਸਿੱਖ ਹੋਏ ਨੇ, ਆਪ ਨੂੰ ਪਤਾ ਭਾਈ ਬਿਧੀ ਚੰਦ ਵੀ ਚੋਰੀ ਕਰਿਆ ਕਰਦਾ ਸੀ, ਲੋਕਾਂ ਦੇ ਡੰਗਰ ਖੋਲ ਲੈਣੇ, ਫਸਲਾਂ ਵੱਢ ਲੈਣੀਆਂ। ਤੇ ਭਾਈ ਅਦਲੀ ਗੁਰੂ ਅਰਜਨ ਸਾਹਿਬ ਦਾ ਸਿੱਖ ਸੀ, ਜਿਨੇ ਇਹਨੂੰ ਸਮਝਾ ਕੇ ਮੁੜ ਕੇ ਗੁਰਸਿੱਖੀ ਵਾਲੇ ਪਾਸੇ ਲਾਇਆ ਤੇ ਕਿੰਨਾ ਨਾਮਣਾ ਖਟਿਆ ਭਾਈ ਬਿਧੀ ਚੰਦ ਨੇ, ਕਿੰਨੀ ਸੇਵਾ ਕੀਤੀ ਮਹਾਰਾਜ ਦੀ। ਤਾਂ ਸਾਧ ਸੰਗਤ ਇਸੇ ਤਰ੍ਹਾਂ ਹੋਰ ਵੀ ਮਹਾਰਾਜ ਨੇ ਕਈ ਮਰਿਆਦਾ ਪੱਕੀਆਂ ਕਰਾਈਆਂ। ਰੋਪੜ ਦੇ ਰਹਿਣ ਵਾਲਾ ਸੀ ਇੱਕ ਸ਼ਾਹੂਕਾਰ ਰਾਜਾ ਰਾਮ, ਇਹ ਕੁੜੀਆਂ ਮਾਰਦਾ ਸੀ, ਆਪਣੀਆਂ ਕੁੜੀ ਹੋਣੀ ਉਹਨੂੰ ਮਾਰ ਦੇਣਾ। ਉਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਖਿਆ ਸੀ, ਜੇ ਸਾਡੇ ਦਰਬਾਰ ਵਿੱਚ ਮੱਥਾ ਟੇਕਣਾ ਤੇ ਇਹ ਤੈਨੂੰ ਵਾਅਦਾ ਕਰਨਾ ਪਏਗਾ ਕਿ ਆਪਣੇ ਘਰ ਤੇਰੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਉਹਨੂੰ ਕਤਲ ਨਹੀਂ ਕਰੇਗਾ। ਸਾਧ ਸੰਗਤ ਉਹਨੇ ਫਿਰ ਉੱਥੇ ਵਾਅਦਾ ਕੀਤਾ ਸੀ। ਹਾਲਾਂਕਿ ਸਾਡੀ ਮਰਿਆਦਾ ਵਿੱਚ ਲਿਖਿਆ ਹੋਇਆ, ਸਮੇਂ ਦੀ ਸਮਾਪਤੀ ਹੈ, ਮੈਂ ਸਮਾਪਤੀ ਵੱਲ ਆਵਾਂ। ਮਰਿਆਦਾ ਵਿੱਚ ਲਿਖਿਆ ਹੋਇਆ ਕਿ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ, ਕੁੜੀ ਮਾਰ, ਨੜੀ ਮਾਰ, ਭਾਵ ਜਿਹੜਾ ਤੰਬਾਕੂ ਖਾਂਦਾ ਉਹਦੇ ਨਾਲ ਸਿੱਖ ਨੇ ਨਾਤਾ ਨਹੀਂ ਰੱਖਣਾ। ਤੇ ਜਦੋਂ ਅਸੀਂ ਰਿਪੋਰਟਾਂ ਪੜ੍ਹਦੇ ਹਾਂ ਆਪਣੇ ਪੰਜਾਬ ਦੀਆਂ, ਤੇ ਮੈਂ ਆਖਿਆ, ਬਾਬਾ ਜੇ ਤੂੰ ਕਿਤੇ ਅੱਜ ਹੋਵੇਂ ਤੇ ਤੈਨੂੰ ਤੇ ਕਿਸੇ ਘਰੋਂ ਪਾਣੀ ਵੀ ਨਸੀਬ ਨਹੀਂ ਹੋਣਾ, ਕਿਉਂਕਿ ਇੱਥੇ ਲਗਭਗ ਕੁੜੀ ਨੜੀ ਮਾਰ ਤੇ ਆਪਾਂ ਸਾਰੇ ਹੋਏ ਪਏ ਹਾਂ। ਕਿਹਦੇ ਨਾਲ ਨਾਤਾ ਜੋੜਾਂਗੇ ਅਸੀਂ? ਤੇ ਸਾਧ ਸੰਗਤ ਇੱਛਾ ਕੀ ਹੁੰਦੀ ਹੈ ਕਿ ਸਾਨੂੰ ਸੁੱਖ ਮਿਲੇ, ਪਰ ਯਾਦ ਰੱਖਿਓ, ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਪਾਪ ਦੀ ਬੁਨਿਆਦ ਤੇ ਸੁੱਖ ਨਹੀਂ ਮਿਲਿਆ ਕਰਦੇ। ਇਹ ਯਾਦ ਰੱਖਿਓ, ਕਿੱਕਰ ਬੀਜ ਕੇ ਖਜੂਰਾਂ ਨਹੀਂ ਲੱਭਣੀਆਂ। ਕਿਸੇ ਜੀ ਦਾ ਕਤਲ ਕਰ ਦੇਣਾ ਤੇ ਕਹਿਣਾ ਕਿ ਪੁੱਤਰ ਹੋਵੇਗਾ ਤੇ ਸਾਨੂੰ ਸੁੱਖ ਮਿਲੇਗਾ। ਮੈਂ ਤੇ ਵਿਚਰਦਾ ਰਹਿਣਾ, ਬਾਹਰ ਘੁੰਮਦਾ ਰਹਿਣਾ, ਦੇਸਾਂ ਪ੍ਰਦੇਸਾਂ 'ਚ ਫਿਰਦੇ ਰਹੀਦਾ, ਮੈਂ ਤੇ ਪੁੱਤਰਾਂ ਵਾਲਿਆਂ ਨੂੰ ਪਿੱਟਦੇ ਵੇਖਿਆ। ਇੱਥੇ ਸੁੱਖ ਆਪਣੇ ਕਰਮਾਂ ਦਾ ਹੈ, ਸੁੱਖ ਤੇਰਾ ਦਿੱਤਾ ਲਈ ਹੈ, ਸੁੱਖ ਗੁਰੂ ਕਾ ਬਖਸ਼ਿਆ ਹੈ। ਜਿਹੜੇ ਸੁਖੀ ਨੇ ਸਾਧ ਸੰਗਤ, ਉਹ ਬੇਔਲਾਦੇ ਵੀ ਸੁਖੀ ਵੇਖੇ ਨੇ ਮੈਂ, ਤੇ ਜਿਹੜੇ ਦੁਖੀ ਨੇ ਉਹ ਚੰਗੇ ਭਲੇ ਔਲਾਦਾਂ ਵਾਲੇ ਵੀ ਦੁਖੀ ਵੇਖੇ ਨੇ ਮੈਂ। ਦੁਨੀਆ ਤੇ ਨਾਮ ਔਲਾਦ ਕਰਕੇ ਨਹੀਂ, ਕੰਮ ਕਰਕੇ ਰਹਿੰਦਾ। ਬੇਬੇ ਨਾਨਕੀ ਦੇ ਕਿਹੜੀ ਔਲਾਦ ਕਹੋਗੇ? ਉਹ ਤਾਂ ਕੋਈ ਔਲਾਦ ਨਹੀਂ ਸੀ ਬੇਬੇ ਨਾਨਕੀ ਕੋਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ 4 ਪੁੱਤਰ ਸਨ, ਚਾਰੇ ਹੀ ਕੁਰਬਾਨ ਹੋਏ ਨੇ, ਅਨਮੈਰਿਡ ਸਨ ਚਾਰੇ ਹੀ। ਕੀ ਇਸ ਕਰਕੇ ਤੁਸੀਂ ਮੱਥਾ ਟੇਕਦੇ ਹੋ ਕਿ ਔਲਾਦ ਸੀ? ਫਿਰ ਤੇ ਕੋਈ ਵੀ ਨਹੀਂ ਸੀ। ਇਸ ਕਰਕੇ ਦੁਨੀਆ ਕੰਮਾਂ ਕਰਕੇ ਜਾਣੀ ਜਾਂਦੀ ਹੈ। ਨੇਕ ਕੰਮ ਕਰੋਗੇ ਦੁਨੀਆ ਚੇਤੇ ਰੱਖਦੀ ਹੈ। ਇਸ ਕਰਕੇ ਕਿ ਸ਼ਾਇਦ ਸਾਨੂੰ ਧੀ ਦੁਖੀ ਕਰੇਗੀ, ਪੁੱਤ ਸੁਖੀ ਕਰੇਗਾ, ਇਹ ਵਹਿਮ ਕੱਢ ਦਿਓ, ਪਾਪਾਂ ਦੇ ਭਾਗੀ ਨਾ ਬਣੋ। ਪਤਾ ਨਹੀਂ ਕਿਹੜੀ ਕੁੱਖ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋ ਜਾਣਾ। ਆਪ ਨੂੰ ਪਤਾ ਹੈ ਕਿ ਗਜਪਤ ਸਿੰਘ ਰਾਜਾ ਹੋਇਆ ਜੀਂਦ ਦਾ। ਇਹਨੇ ਛੋਟੀ ਜੀ ਬੱਚੀ ਨੂੰ ਜੰਮਦੇ ਕੁੱਜੇ ਵਿੱਚ ਪਾ ਕੇ ਰੂੜੀਆਂ ਵਿੱਚ ਦੱਬ ਦਿੱਤਾ ਸੀ। ਜਦੋਂ ਇਹ ਪਾਪ ਕੀਤਾ ਤੇ ਪਾਪ ਨੂੰ ਬਖਸ਼ਾਉਣ ਵਾਸਤੇ ਤਖਤਾਂ ਦੀ ਯਾਤਰਾ ਤੇ ਨਿਕਲਿਆ। ਗਿਆਨੀ ਗੁੱਦੜ ਸਿੰਘ ਬਡਰੁੱਖਾਂ ਵਾਲੇ ਦੇ ਡੇਰੇ ਪਹੁੰਚਿਆ ਤੇ ਉਹਨੇ ਜਾਂਦਿਆਂ ਹੀ ਟੋਕਤਾ, ਕਹਿਣ ਲੱਗਾ, ਘਰ ਪਾਪ ਕਰਕੇ ਆਇਆ, ਧੀ ਦੱਬ ਕੇ ਆਇਆ, ਹੁਣ ਤੂੰ ਦਾਨ ਪੁੰਨ ਕਰਨ ਤੁਰਿਆ ਹੋਇਆ। ਇਹਨੇ ਆਖਿਆ, ਜੀ ਫਿਰ ਹੁਣ ਕੀ ਕਰਾਂ? ਕਹਿਣ ਲੱਗਾ, ਅਜੇ ਮਰੀ ਨਹੀਂ, ਜਾ ਕੇ ਕੱਢ ਉਹਨੂੰ। ਕਿਉਂਕਿ ਉਹਦੇ ਹੱਥ ਵਿੱਚ ਗੁੜ ਫੜਾਇਆ ਸੀ ਨਿੱਕੀ ਜੀ ਦੇ, ਉਹ ਗੁੜ ਨੂੰ ਚੂਸ ਰਹੀ ਸੀ, ਉਹਦੇ ਨਾਲ એનર્ਜੀ ਮਿਲਦੀ ਰਹੀ, ਮਰੀ ਨਾ। ਕਈ ਦਿਨਾਂ ਬਾਅਦ ਆਣ ਕੇ ਉਹ ਕੁੱਜੇ ਚੋਂ ਕੱਢੀ, ਵੱਡੀ ਹੋਈ, ਉਹਦਾ ਨਾਂ ਸੀ ਰਾਜ ਕੌਰ।
ਵੱਡੀ ਹੋਈ ਤੇ ਮਹਾਂ ਸਿੰਘ ਨਾਲ ਵਿਆਹੀ ਗਈ ਤੇ ਮਹਾਂ ਸਿੰਘ ਦੇ ਤੇ ਇਹਦੇ ਸੰਬੰਧ ਵਿੱਚੋਂ ਜਿਹੜਾ ਪੁੱਤਰ ਪੈਦਾ ਹੋਇਆ ਉਹ ਸੀ ਮਹਾਰਾਜਾ ਰਣਜੀਤ ਸਿੰਘ, ਜਿਨੇ 40 ਸਾਲ ਸਿੱਖਾਂ ਨੂੰ ਇੱਕ ਵਧੀਆ ਰਾਜ ਕਰਕੇ ਦਿੱਤਾ। ਹੁਣ ਸੋਚੋ, ਪਤਾ ਲੱਗਣਾ ਕਿਹੜੀ ਕੁੱਖ ਵਿੱਚੋਂ ਕਿਹੜਾ ਪੈਦਾ ਹੋ ਜਾਣਾ। ਪਾਪ ਨਾ ਕਰੋ, ਬਚ ਜਾਓ ਪਾਪ ਤੋਂ। ਇਹ ਪਾਪ ਦਾ ਕਿਤੇ ਕੋਈ ਹੱਲ ਨਹੀਂ ਜੇ ਹੋਣਾ, ਜੇ ਹੋ ਗਿਆ ਕਿ ਤੁਹਾਡੇ ਕੋਲ। ਜੋ ਦਾਤ ਮਹਾਰਾਜ ਨੇ ਬਖਸ਼ੀ ਹੈ ਉਹਨੂੰ ਸਵੀਕਾਰ ਕਰੋ, ਉਹਦੀ ਪਰਵਰਿਸ਼ ਕਰੋ, ਉਹਦੀ ਪਾਲਣਾ ਪੋਸਣਾ ਕਰੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਮੈਂ ਬਾਹਰ ਵੀ ਬੈਠਿਆ ਭਾਈ ਪ੍ਰਤਾਪ ਸਿੰਘ ਨਾਲ ਗੱਲ ਕਰਦਾ ਸੀ, ਮਾੜਾ ਕੰਮ ਕਰਨ ਲੱਗਿਆ ਕੋਈ ਐਫਰਟ ਨਹੀਂ ਕਰਨਾ ਪੈਂਦਾ, ਕੋਈ ਜ਼ੋਰ ਨਹੀਂ ਲਾਉਣਾ ਪੈਂਦਾ। ਤੁਸੀਂ 7ਵੀਂ ਮੰਜ਼ਿਲ ਤੋਂ ਪਾਣੀ ਥੱਲੇ ਸੁੱਟਣਾ, ਕੀ ਜ਼ੋਰ ਲੱਗਣਾ? ਬਾਲਟੀ ਵਗਾ ਕੇ ਮਾਰੋ, ਪਾਣੀ ਥੱਲੇ ਆ ਜਾਣਾ। ਪਰ 7ਵੀਂ ਮੰਜ਼ਿਲ ਤੇ ਪਾਣੀ ਚਾੜਨਾ, ਉਹਦੇ ਲਈ ਪੰਪ ਲਾਉਣਾ ਪਏਗਾ, ਰੱਸੀ ਖਿੱਚਣੀ ਪਏਗੀ ਵੀ ਪਾਣੀ ਉੱਤੇ ਲੈ ਕੇ ਜਾਣਾ। ਦੁਨੀਆ ਵਿੱਚ ਤੁਸੀਂ ਇੱਕ ਥਾਂ ਮੈਨੂੰ ਵਿਖਾ ਦਿਓ ਜਿੱਥੇ ਨਸ਼ੇ ਦੀ ਸਿਖਲਾਈ ਦਿੱਤੀ ਜਾਂਦੀ ਹੋਵੇ, ਵੀ ਉੱਥੇ ਨਸ਼ਾ ਸਿਖਾਇਆ ਜਾਂਦਾ ਵੀ ਸ਼ਰਾਬ ਕਿਵੇਂ ਪੀਣੀ ਹੈ, ਤੰਬਾਕੂ ਕਿਵੇਂ ਖਾਣਾ, ਚਰਸ ਕਿਵੇਂ ਖਾਣਾ, ਚਿੱਟਾ ਕਿਵੇਂ ਖਾਣਾ। ਤੁਹਾਨੂੰ ਕੋਈ ਥਾਂ ਨਹੀਂ ਲੱਭਣਾ। ਪਰ ਚੱਲ ਰਿਹਾ ਨਾ ਦੁਨੀਆ ਵਿੱਚ, ਚਿੰਤਾ ਦਾ ਵਿਸ਼ਾ ਬਣ ਗਿਆ ਨਾ ਨਸ਼ਾ। ਸਿੱਖਿਆ ਕਿਤੇ ਨਹੀਂ, ਸਾਰੀ ਦੁਨੀਆ ਗਰਸ ਹੋਈ ਪਈ ਹੈ। ਪਰ ਚੰਗੀ ਸਿੱਖਿਆ ਦੇਣ ਵਾਸਤੇ ਵਿਦਿਆਲੇ ਖੋਲ੍ਹਣੇ ਪੈਂਦੇ ਨੇ, ਸਕੂਲ ਖੋਲ੍ਹਣੇ ਪੈਂਦੇ ਨੇ, ਗੁਰਦੁਆਰੇ ਖੋਲ੍ਹਣੇ ਪੈਂਦੇ ਨੇ ਕਿ ਬੰਦੇ ਨੂੰ ਚੰਗੀ ਗੱਲ ਸਿਖਾਉਣ ਤੇ ਜ਼ੋਰ ਲੱਗਦਾ। ਇਸੇ ਤਰ੍ਹਾਂ ਬੱਚਿਆਂ ਨੂੰ ਜੇ ਚੰਗੀ ਗੱਲ ਸਿਖਾਉਣੀ ਹੈ, ਪਾਠ ਸਿਖਾਉਣਾ, ਤੇ ਸਾਧ ਸੰਗਤ ਥੋੜ੍ਹੀ ਬਹੁਤੀ ਮਿਹਨਤ ਕਰਨੀ ਪਏਗੀ। ਤੁਹਾਨੂੰ ਉਹਨਾਂ ਨੂੰ ਕੋਲ ਬਿਠਾਉਣਾ ਪਏਗਾ, ਲਾਲਚ ਦਿਓ, ਝਿੜਕੋ, ਜੋ ਕਰਨਾ ਪੈਂਦਾ ਕਰੋ। ਚੰਗੇ ਕੰਮ ਵਾਸਤੇ ਬੱਚਿਆਂ ਨੂੰ ਕੋਲ ਬਿਠਾਓ ਤਾਂ ਕਿ ਬੱਚੇ ਜਿਹੜੇ ਨੇ ਉਹ ਚੰਗੇ ਕਰਮ ਕਰਨ, ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਇੱਕ ਨਿੱਕੀ ਜਿਹੀ ਹੋਰ ਬੇਨਤੀ ਕਰਕੇ, ਉਹ ਇਸ ਕਰਕੇ ਕਿ ਮੈਂ ਇੱਕ ਦੋ ਥਾਂ ਤੇ ਗਿਆ ਤੇ ਮੈਨੂੰ ਸਪੈਸ਼ਲ ਨੌਜਵਾਨ ਵੀਰਾਂ ਨੇ ਗੱਲ ਕਹੀ। ਮੈਂ ਕਹਿੰਦਾ ਵੀ ਸੀ, ਮੈਂ ਫਿਰ ਵਿੱਚ ਬੰਦ ਕਰ ਲਈ ਤੇ ਉਹਨਾਂ ਕਿਤੇ ਸੁਣਿਆ ਸੀ। ਮੈਨੂੰ ਕਹਿੰਦੇ ਗਿਆਨੀ ਜੀ ਤੁਸੀਂ ਬੜੀ ਸੋਹਣੀ ਗੱਲ ਕਹਿੰਦੇ ਸੀ, ਬੰਦ ਕਰ ਦਿੱਤੀ। ਮੈਂ ਕਿਹਾ ਜੀ ਕਿਹੜੀ? ਕਹਿਣ ਲੱਗੇ ਤੁਸੀਂ ਵਾਤਾਵਰਨ ਤੇ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਸੀ। ਮੈਂ ਕਿਹਾ ਮੈਂ ਕਹਿੰਦਾ ਸੀ ਵਿੱਚ ਵਿੱਚ, ਕਦੇ ਕਦੇ ਕਹਿ ਵੀ ਜਾਂਦਾ ਸੀ, ਕਦੇ ਨਹੀਂ ਸੀ ਕਹਿੰਦਾ। ਕਹਿੰਦਾ ਨਹੀਂ ਕਿਹਾ ਕਰੋ। ਆਪ ਸਾਰੇ ਇੱਥੇ ਬੈਠੇ ਹੋ, ਯੂਰਪ ਵਿੱਚ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਸੀ ਵੇਖੀ, ਆਪ ਸਭ ਨੂੰ ਪਤਾ। ਤੁਹਾਡੇ ਬੱਚੇ ਪੜ੍ਹਦੇ ਨੇ, ਇਹਨਾਂ ਨੂੰ ਵੀ ਪਤਾ ਕਿ ਜਿਹੜੇ ਗਲੇਸ਼ੀਅਰ ਨੇ ਬਰਫ਼ ਦੇ ਜੰਮੇ ਹੋਏ, ਜਿਹਦੇ ਨਾਲ ਸਾਡਾ ਵਾਤਾਵਰਨ ਸਮਤੋਲ ਰਹਿੰਦਾ, ਉਹ ਗਲੇਸ਼ੀਅਰ ਵੀ ਪਿਘਲ ਗਏ ਨੇ, ਪਿਘਲ ਰਹੇ ਨੇ। ਜਿਹੜੇ ਸਮੁੰਦਰਾਂ ਵਿੱਚ ਸਾਡਾ ਪਾਣੀ ਜਾ ਕੇ ਡਿੱਗਦਾ ਸੀ, ਮਿੱਠਾ ਪਾਣੀ, ਤੇ ਖਾਰਾ ਹੋ ਜਾਂਦਾ ਸੀ, ਉਹ ਸਮੁੰਦਰਾਂ ਵਿੱਚ ਉਛਾਲ ਆ ਰਿਹਾ ਤੇ ਉਹ ਪਾਣੀ ਮਿੱਠੀਆਂ ਨਹਿਰਾਂ ਨੂੰ ਖਾਰਾ ਕਰ ਰਿਹਾ। ਉਹਦਾ ਕਾਰਨ ਇੱਕੋ ਇੱਕ, ਇਸ ਧਰਤੀ ਤੇ ਵਸਣ ਵਾਲਾ ਮਨੁੱਖ ਜਾਨਵਰ। ਅਸੀਂ ਚਲੋ ਸਤਿਕਾਰ ਵਾਸਤੇ ਕਹਿ ਦਿੰਦੇ ਹਾਂ ਵੀ ਬੰਦਾ ਜਿਹੜਾ ਬੰਦਾ, ਪਰ ਅਸਲ ਵਿੱਚ ਜਦੋਂ ਪੜ੍ਹੋਗੇ ਤੇ ਬੰਦਾ ਇੱਕ ਜਾਨਵਰ ਦੀ ਕੈਟਾਗਰੀ ਵਿੱਚ ਹੈ। ਔਰ ਦੁਨੀਆ ਵਿੱਚ ਜਿੰਨਾ ਇਹ ਸਿਆਣਾ ਓਨਾ ਇਹ ਵੱਧ ਖਤਰਨਾਕ ਹੈ। ਇਹ ਯਾਦ ਰੱਖਿਓ। ਇਹ ਫੌਜਾਂ, ਇਹ ਵੱਡਾ ਵੱਡਾ ਅਸਲਾ, ਇਹ ਕਿਸੇ ਜਾਨਵਰ ਨੂੰ ਮਾਰਨ ਵਾਸਤੇ ਨਹੀਂ ਬਣਾਇਆ ਬੰਦੇ ਨੇ, ਇਹ ਬੰਦੇ ਨੂੰ ਮਾਰਨ ਵਾਸਤੇ ਬਣਾਇਆ। ਕਿਉਂਕਿ ਖਤਰਨਾਕ ਬੜਾ ਹੋ ਗਿਆ। ਜਿੰਨਾ ਧਰਤੀ ਤੇ ਪੋਲਿਊਸ਼ਨ, ਅੱਜ ਗਰਮੀ ਵੱਧ ਰਹੀ ਹੈ, ਇਹ ਸਭ ਬੰਦੇ ਦੀ ਦੇਣ ਹੈ। ਆਪਾਂ ਪੰਜਾਬ 'ਚੋਂ ਆਏ ਹਾਂ, ਕਦੇ ਵੇਖਿਆ ਜਾਂਦਾ ਸੀ ਅੰਬਾਂ ਦੇ ਬਾਗ ਹੋਣੇ, ਅਮਰੂਦਾਂ ਦੇ ਬਾਗ ਵੇਖਣੇ, ਡੇਕਾਂ ਵੇਖਣੀਆਂ, ਨਿੰਮਾਂ ਵੇਖਣੀਆਂ, ਤੂਤ ਸਤੂਤ ਵੇਖਣੇ, ਅਮਰੂਦਾਂ ਦੇ ਬਾਗ ਵੇਖਣੇ। ਅੱਜ ਕਿੱਥੇ ਲੱਭਦਾ? ਕੋਵਾਂ ਕੋਵਾਂ ਦੂਰ ਤੱਕ ਰੁੱਖ ਨਹੀਂ ਛੱਡਿਆ ਅਸੀਂ, ਸਭ ਵੱਢ ਕੇ ਵੇਚ ਦਿੱਤੇ, ਖਾ ਗਏ ਅਸੀਂ, ਤੇ ਲਾਇਆ ਕੋਈ ਨਹੀਂ ਹੈ। ਇੱਕੋ ਇੱਛਾ ਹੁੰਦੀ ਆ ਬਸ, ਸਾਰਾ ਦਾ ਸਾਰਾ ਘਰ ਜਿਹੜਾ ਪੱਥਰ ਲਾ ਦਿਓ, ਪੱਧਰਾ ਕਰ ਦਿਓ ਵੀ ਕੋਈ ਪੱਤਾ ਡਿੱਗੇ ਚੁੱਕਣਾ ਨਾ ਪਏ ਸਾਨੂੰ। ਔਰ ਇਹ ਆਦਤਾਂ ਇੱਥੇ ਵੀ ਨਹੀਂ ਛੱਡੀਆਂ। ਇੱਥੇ ਕਈ ਪਰਿਵਾਰ ਸਾਡੇ ਜੀ ਰਹਿੰਦੇ ਨੇ, ਉਹਨਾਂ ਦੇ ਘਰ 'ਚ ਮੈਂ ਅਨਾਰ ਦਾ ਰੁੱਖ ਵੇਖਿਆ। ਆਪਾਂ ਉੱਥੇ ਪੰਜਾਬ ਵਿੱਚ ਹੀ ਵੇਖਿਆ ਸੀ ਅਨਾਰ ਦਾ ਰੁੱਖ। ਮੈਂ ਕਿਹਾ ਵੀ ਇਹਨੂੰ ਰਹਿਣ ਦਿਓ, ਵੱਢਿਓ ਨਾ। ਕਹਿੰਦੇ ਨਹੀਂ, ਸਿਆਣੇ ਕਹਿੰਦੇ ਨੇ ਵੀ ਘਰ ਵਿੱਚ ਰੁੱਖ ਚੰਗਾ ਨਹੀਂ ਹੁੰਦਾ। ਮੈਂ ਕਿਹਾ ਵੀ ਕਿਹੜੇ ਸਿਆਣੇ ਨੇ ਕਿਹਾ? ਮੈਨੂੰ ਵੀ ਵਿਖਾ ਦਿਓ, ਮੈਂ ਵੀ ਸਿਆਣਾ, ਮੈਂ ਵੀ ਪੜ੍ਹਦਾ ਰਹਿਣਾ, ਮੈਂ ਤਾਂ ਪੜ੍ਹਿਆ ਨਹੀਂ ਕਿਤੇ। ਮੈਂ ਕਿਹਾ ਇਹ ਤੇ ਅਜੀਬੋ ਗਰੀਬ ਮੈਂ ਉਦਾਹਰਨ ਦਿੱਤੀ ਆ ਵੀ ਜਦੋਂ ਨਹੀਂ ਕੰਮ ਜਿਹੜੇ ਨੂੰ ਮਨ ਮੰਨਦਾ, ਉਹ ਕਿਸੇ ਸਿਆਣੇ ਦੇ ਮੂੰਹ 'ਚ ਪਾ ਦਿਓ ਵੀ ਉਹਨੇ ਕਿਹਾ। ਮੈਂ ਕਿਸੇ ਸਿਆਣੇ ਨੇ ਨਹੀਂ ਕਿਹਾ। ਮੈਂ ਕਿਹਾ ਇਹਨਾਂ ਲੋਕਾਂ ਨੇ ਤੇ ਹਰਿਆਵਲ ਬਚਾਉਣ ਵਾਸਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਛੱਤਾਂ ਤੇ ਮੈਂ ਕਿਹਾ ਗਮਲੇ ਲਾਏ ਨੇ ਵੀ ਆਕਸੀਜਨ ਮਿਲੇ, ਸਾਨੂੰ ਤਾਜ਼ੀ ਹਵਾ ਮਿਲੇ। ਤੇ ਮੈਂ ਕਿਹਾ ਅਸੀਂ ਵਿਹੜੇ ਵਿੱਚ ਰੁੱਖ ਨਹੀਂ ਛੱਡਣ ਨੂੰ ਤਿਆਰ। ਤੇ ਮੈਂ ਕਿਹਾ ਜੇ ਚੰਗਾ ਨਹੀਂ ਹੁੰਦਾ ਤੇ ਅਸੀਂ ਤੇ ਆਪਣੇ ਪੰਜਾਬ ਸਾਰੇ ਪੱਟ ਸੁੱਟੇ, ਅਸੀਂ ਤਾਂ ਫਿਰ ਇੱਧਰ ਨੂੰ ਭੱਜੇ ਹੋਏ ਆ। ਉੱਥੇ ਨਾ ਰਹਿ ਜਾਂਦੇ, ਚੰਗਾ ਹੁੰਦਾ ਤੇ।
ਇਹ ਗੱਲਾਂ ਗਲਤ ਨੇ। ਜ਼ਿੰਮੇਵਾਰੀ ਨਿਭਾਓ, ਆਪਣੇ ਆਪਣੇ ਪਿੰਡਾਂ 'ਚ, ਆਪਣੇ ਆਪਣੇ ਵਿਹੜਿਆਂ 'ਚ, ਘਰਾਂ 'ਚ ਆਪਣੀਆਂ ਆਪਣੀਆਂ ਜ਼ਮੀਨਾਂ ਤੇ ਰੁੱਖ ਲਾਓ, ਫਲਦਾਰ ਰੁੱਖ ਲਾਓ, ਛਾਂਦਾਰ ਰੁੱਖ ਲਾਓ, ਜਿਹਦੇ ਨਾਲ ਵਾਤਾਵਰਣ ਜਿਹੜਾ ਬਚ ਸਕੇ। ਨਹੀਂ ਤੇ ਜਿਸ ਤਰੀਕੇ ਨਾਲ ਵਾਤਾਵਰਣ ਵਿਗੜ ਰਿਹਾ ਔਰ ਜੋ ਕੁਝ ਸਾਨੂੰ ਵਿਗਿਆਨ ਦੱਸ ਰਿਹਾ ਵੀ ਕੀ ਹੋ ਸਕਦਾ, ਇਹ ਧਰਤੀ 'ਤੇ ਰਹਿਣਾ ਔਖਾ ਹੋ ਜਾਵੇਗਾ। ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਸਾਰੇ ਭੈਣ ਭਰਾ ਆਪਣੇ ਗੁਰਦੁਆਰੇ ਸਾਹਿਬ ਜਿਹੜੇ ਪਿੰਡਾਂ 'ਚ ਬਣੇ ਨੇ, ਉੱਥੇ ਸ਼ਾਮਲਾਟ ਦੀ ਜ਼ਮੀਨ 'ਚ ਉਹਨਾਂ ਨੂੰ ਬੇਨਤੀ ਕਰਕੇ ਕਿ ਭਾਈ ਮੈਂ ਬੂਟੇ ਲਿਆ ਦੇਣਾ, ਤੁਸੀਂ ਲਾ ਦਿਓ। ਆਪਣੀ ਕੋ ਤੁਹਾਡੀ ਜ਼ਮੀਨ ਦਾ ਟੋਟਾ ਤੇ ਉੱਥੇ ਲਾਓ, ਤਾਂ ਕਿ ਜਿਹੜੀ ਪੰਜਾਬ ਦੀ ਹਰਿਆਵਲ ਹੈ, ਇੱਥੇ ਵੀ ਇਹ ਨਹੀਂ ਵੀ ਉੱਥੇ ਲਾਉਣਾ ਇੱਥੋਂ ਵੱਢ ਦੇਣੇ ਨੇ, ਇੱਥੇ ਵੀ ਆਪਣੇ ਬੂਟਿਆਂ ਦੀ ਸੰਭਾਲ ਕਰੋ ਜਿਸ ਤਰ੍ਹਾਂ ਵੇਖੋ ਇਹ ਕਰਦੇ ਨੇ। ਪਾਣੀ ਜਿਹੜਾ ਸੁਥਰਾ ਹੋਵੇ। ਵੈਸੇ ਰੋਜ਼ ਸਾਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਤਿੰਨੇ ਚੀਜ਼ਾਂ ਦਾ ਜ਼ਿਕਰ ਹੈ, ਧਰਤੀ ਦਾ, ਪਾਣੀ ਦਾ ਤੇ ਹਵਾ ਦਾ। ਤੇ ਤੁਸੀਂ ਸਾਰੇ ਜਾਣਦੇ ਹੋ 30-35 ਸਾਲ ਪਹਿਲਾਂ ਘਰ ਵਿੱਚ ਨਲਕਾ ਲਾਉਣਾ ਤੇ ਕਹਿਣਾ ਲਓ ਜੀ 30 ਫੁੱਟ ਤੇ ਜਾ ਕੇ ਪਾਣੀ ਆ ਗਿਆ ਸਾਡੇ ਨਲਕੇ ਦਾ, ਤੇ ਹੁਣ 300 ਫੁੱਟ ਡੂੰਘਾ ਪਾਣੀ ਚਲਿਆ ਜਾਂਦਾ ਤਾਂ ਵੀ ਕਹਿੰਦੇ ਪਾਣੀ ਵਧਿਆ ਨਹੀਂ ਆਇਆ, ਹੋਰ ਡੂੰਘਾ ਕਰਨਾ ਵੀ ਹੋਰ, ਹੁਣ ਧਰਤੀ ਸਾਰੀ ਪਾੜ ਦੇਣੀ ਥੱਲੇ ਨੂੰ। ਇਹਦਾ ਮਤਲਬ ਪਾਣੀ ਵਿਗੜਿਆ ਸਾਡਾ, ਧਰਤੀ ਸਾਡੀ ਖਰਾਬ ਹੋ ਗਈ, ਹਵਾ ਤੇ ਸਾਡੀ ਖਰਾਬ ਹੋ ਹੀ ਗਈ ਹੈ। ਤੋ ਇਹਨਾਂ ਚੀਜ਼ਾਂ ਦੀ ਸੰਭਾਲ ਆਪਾਂ ਕਰਨੀ ਹੈ, ਸਾਨੂੰ ਮਹਾਰਾਜ ਨੇ ਸਿਖਾਇਆ ਹੈ। ਸਾਹਿਬ ਜੀ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸੇਵਕ ਪਰਿਵਾਰ ਭਾਈ ਚੰਨਣ ਸਿੰਘ ਜੀ, ਭਾਈ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਸੇਵਾ ਲਈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਬੱਚੇ ਨੂੰ ਲੰਮੀ ਆਰ ਜੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਨੂੰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਔਰ ਬਾਣੀ ਦੀ ਸੰਥਿਆ ਸਾਰੇ ਜਿਹੜੇ ਆ ਜ਼ਰੂਰ ਕੋਸ਼ਿਸ਼ ਕਰੋ ਤੇ ਬਾਣੀ ਪੜ੍ਹਨ ਦੀ ਜਾਚ ਸਿੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।